हाँ जी बई साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਸਵਾਗਤ ਆ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ। ਤਾਂ ਜਿਹੜੇ ਬੱਚੇ ਅਜੇ ਵੀ ਸੁਸਤ ਬੈਠੇ ਆ ਤੇ ਸੁਸਤੀ ਆਪਣੀ ਲਾ ਦਿਓ, ਕਿਉਂਕਿ ਸਾਡਾ ਟੈਟ ਦਾ ਪੇਪਰ ਆ ਚੁੱਕਾ ਵਾ ਜਿਹਦਾ ਅਸੀਂ ਬਹੁਤ ਵੱਡਾ ਇੰਤਜ਼ਾਰ ਕੀਤਾ। ਠੀਕ ਹੈ ਜੀ। ਤਾਂ ਦੂਜੀ ਗੱਲ, ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਨੀਆਂ, ਫੋਕਸ ਆਪਾਂ ਕੰਟੈਂਟ ਤੇ ਕਰਨਾ। ਦੂਜੀ ਗੱਲ ਜਿਹੜੀ ਆ ਉਹ ਇਹ ਆ, ਜਿਹੜੇ ਬੱਚੇ ਕੱਲ ਦੇ ਬਸ ਬੋਲੀ ਜਾ ਰਹੇ MCQ ਕਰਾਓ ਦੀਦੀ MCQ ਕਰਾਓ, ਦੇਖੋ ਬਈ ਥੋੜਾ ਜਿਹਾ ਦਿਮਾਗ ਤੋਂ ਕੰਮ ਲਿਆ ਕਰੋ। ਜੇ ਇੱਕ ਜਾਣੇ ਨੇ ਗੱਲ ਕਹਿਤੀ ਮਗਰ 100 ਜਾਣੇ ਉਹੀ ਕਹੀ ਜਾਂਦੇ ਆ, ਥੋੜਾ ਜਿਹਾ ਦਿਮਾਗ ਲਾਇਆ ਕਰੋ। MCQ ਕਰਨਾ ਨੇ, MCQ ਕਰਨੇ ਆ ਤਾਂ ਵੇਖੋ 40 ਤੋਂ 45 ਦਿਨ ਆ ਸਾਡੇ ਕੋਲ, ਤੇ ਇਹਨਾਂ ਦਿਨਾਂ ਦੇ ਵਿੱਚ MCQ ਵੇਖੋ, ਪਤਾ ਤੇ ਤੁਹਾਨੂੰ ਹੈਗਾ ਵੀ ਮੈਂ ਕੱਲੀ ਸਾਰਾ ਕੁਝ ਕਰਦੀ, ਪਹਿਲਾਂ ਮੈਂ MCQ ਬਣਾਉਂਗੀ ਫਿਰ ਮੈਂ ਟਾਈਪ ਕਰੂੰਗੀ, ਕਿੰਨਾ ਟਾਈਮ ਲੱਗੂਗਾ। ਤੇ ਆਪਾਂ 40-45 ਦਿਨਾਂ ਦੇ ਵਿੱਚ MCQ ਕਿੰਨੇ ਕੁ ਕਰ ਲਾਂਗੇ? 500 ਜਾਂ ਵੱਧ ਤੋਂ ਵੱਧ 1000 ਕਰ ਲਾਂਗੇ। ਉਸ 1000 MCQ ਦੇ ਵਿੱਚੋਂ ਸਾਨੂੰ ਕਿੰਨੇ ਕੁ ਕੁਐਸਚਨ ਆਉਣਗੇ ਪੇਪਰ ਦੇ ਵਿੱਚ, ਇਹਦਾ ਕੋਈ ਚਾਂਸ ਨਹੀਂ। ਪਰ ਜੇਕਰ ਅਸੀਂ ਇਹਨਾਂ 40-45 ਦਿਨਾਂ ਦੇ ਵਿੱਚ ਥਿਊਰੀ ਕਰੀਏ, ਕੰਟੈਂਟ ਕਵਰ ਕਰੀਏ, ਕਨਸੈਪਟ ਕਲੀਅਰ ਕਰੀਏ, ਤਾਂ ਇਹਦਾ ਡਬਲ ਟ੍ਰਿਪਲ ਫਾਇਦਾ ਵਾ। ਹੁਣ ਤੁਸੀਂ ਆਪ ਸੋਚ ਲਓ ਵੀ ਤੁਸੀਂ ਕਿੰਨਾ ਗਲਤ ਮਾਈਂਡ ਸੈੱਟ ਤੁਸੀਂ ਰੱਖਦੇ ਹੋ। MCQ ਕਰਨ ਦੇ ਨਾਲੋਂ ਥਿਊਰੀ ਕਨਸੈਪਟ ਕਲੀਅਰ ਕਰਨੇ ਜ਼ਿਆਦਾ ਜ਼ਰੂਰੀ ਆ। ਫਿਰ ਚਾਹੇ ਕੁਐਸਚਨ ਕਿੱਥੋਂ ਮਰਜ਼ੀ ਆ ਜੇ, ਫਿਰ ਅਸੀਂ ਕਵਰ ਕਰ ਵੀ ਲਵਾਂਗੇ। ਠੀਕ ਆ, ਇਸ ਕਰਕੇ MCQ ਨੂੰ ਛੱਡ ਦਿਓ। ਆਪਾਂ ਕਰ ਵੀ ਰਹੇ ਸੀ, ਜੇ ਤਾਂ ਆਪਣੇ ਕੋਲ 2-2.5 ਮਹੀਨੇ ਦਾ 2.5-3 ਮਹੀਨੇ ਦਾ ਟਾਈਮ ਮਿਲ ਜਾਂਦਾ ਫਿਰ ਆਪਾਂ ਆਰਾਮ ਨਾਲ ਚੈਪਟਰ ਵਾਈਜ਼ MCQ ਕਰਦੇ, ਕੋਈ ਚੱਕਰ ਨਹੀਂ। ਪਰ ਰਾਜੇ ਹੁਣ ਜਿਹੜਾ ਵਾ, ਜਦੋਂ ਟਾਈਮ ਘੱਟ ਹੋਵੇ ਨਾ, ਫਿਰ ਪੜ੍ਹਨ ਦੇ ਤਰੀਕੇ ਜਿਹੜੇ ਨੇ ਉਹ ਬਦਲਣੇ ਪੈਂਦੇ ਨੇ, ਤਾਂ ਹੀ ਐਟ ਏ ਟਾਈਮ ਆਪਾਂ ਨੂੰ ਸਾਰਾ ਕੁਝ ਚੇਂਜ ਕਰਨਾ ਪਿਆ। ਕਰਾ ਰਹੇ ਸੀ ਆਪਾਂ MCQ, ਪਰ ਹੁਣ ਉਹਨਾਂ ਨੂੰ ਬੰਦ ਕਰਕੇ, ਫਜ਼ੂਲ ਦਾ ਜਿਹੜਾ ਟਾਈਮ ਵੇਸਟੇਜ ਆ ਉਹਨੂੰ ਬੰਦ ਕਰਕੇ ਆਪਾਂ ਕਨਸੈਪਟ ਕਲੀਅਰ ਕਰਦੇ ਜਾਣਾ ਵਾ। ਉਹ ਵੀ ਆਪਾਂ ਕੁਝ ਜ਼ਿਆਦਾ ਟਾਈਮ ਨਹੀਂ ਲਾਉਣਾ, ਕਿਉਂਕਿ ਇਹ ਤੁਹਾਡੀਆਂ ਰਿਵੀਜ਼ਨ ਕਲਾਸਾਂ ਆ। ਇਸ ਤੋਂ ਪਹਿਲਾਂ ਆਪਾਂ ਬੋਰਡ ਤੇ ਤੁਹਾਨੂੰ ਇੱਕ ਚੈਪਟਰ NCERT ਦਾ, ਪੰਜਾਬ ਬੋਰਡ ਦਾ ਐਨਾਲਿਸਿਸ ਕਰਕੇ ਕਰਵਾਇਆ, ਪਲੇ ਲਿਸਟਾਂ ਬਣੀਆਂ ਪਈਆਂ। ਹੁਣ ਮੈਂ ਤੁਹਾਨੂੰ ਡਿਟੇਲ ਦੇ ਨਾਲ ਰਿਵੀਜ਼ਨ ਕਰਵਾ ਦਿੰਦੀ ਆ। ਕੋਈ MCQ SST ਦੇ MCQ ਲਾਉਣ ਦੀ ਲੋੜ ਨਹੀਂ। ਤੇ ਜੇ ਤੁਹਾਨੂੰ MCQ ਲਾਉਣ ਦੇ ਵਿੱਚ ਤੁਹਾਨੂੰ ਲੱਗਦਾ ਵਾ ਕਿ MCQ ਲਾਉਣੇ ਜ਼ਰੂਰੀ ਹੈ, ਜੇ ਤੁਹਾਡੀ ਥਿੰਕਿੰਗ ਆ, ਤਾਂ YouTube ਤੇ ਬਹੁਤ ਕਲਾਸਾਂ ਮਿਲ ਜਾਣਗੀਆਂ, YouTube ਤੇ ਬਹੁਤ ਚੈਨਲ ਮਿਲ ਜਾਣਗੇ। ਬੜੇ ਚੈਨਲਾਂ ਤੇ MCQ ਚੱਲਣ ਡਏ ਆ, ਕਰ ਲਓ ਜਾ ਕੇ ਉੱਥੇ। ਫਿਰ ਮੇਰੇ ਕੋਲ ਨਾ ਆਇਓ, ਮਤਲਬ ਮੈਂ ਇਹ ਦਾਅਵਾ ਨਹੀਂ ਕਰਦੀ ਵੀ ਉਹ MCQ ਲਾ ਕੇ ਤੁਹਾਡਾ ਪੇਪਰ ਕਲੀਅਰ ਹੋ ਜੂ, ਫਿਰ ਤੁਹਾਡੀ ਮਰਜ਼ੀ ਆ। ਆਪਾਂ ਤਾਂ ਬੋਲਦੇ ਨੇ ਸੱਚਾਈ, ਫਿਰ ਚਾਹੇ ਕਿਸੇ ਨੂੰ ਲੱਗੇ ਕੌੜੀ ਤੇ ਚਾਹੇ ਮਿੱਠੀ, ਜਿੱਦਾਂ ਦੀ ਮਰਜ਼ੀ। ਆਪਾਂ ਕਰਦੇ ਆ ਗੱਲਾਂ ਬੰਦ, ਤੇ ਜੋ ਮੈਂ ਕਹਿਣਾ ਸੀ ਕਹਿਤਾ। ਜਿੰਨੇ MCQ ਪੜ੍ਹਨੇ ਆ ਹੋਰ ਕਿਤੇ ਚੱਲ ਜਾਓ, ਜਿੰਨੇ ਥਿਊਰੀ ਪੜ੍ਹਨੀ ਇੱਥੇ ਆ ਜਾਓ, ਸਵਾਗਤ ਆ ਤੁਹਾਡਾ। ਤੇ ਆਪਾਂ ਕਰਦੇ ਆ ਜੀ ਸ਼ੁਰੂਆਤ। ਇਹ ਆਪਣੀ ਹੈਗੀ ਆ ਜੀ 7th ਕਲਾਸ ਦੀ ਜਿਓਗ੍ਰਾਫੀ। ਤਾਂ ਜਿਨ੍ਹਾਂ ਨੇ ਅਜੇ ਤਾਈਂ ਮੇਰੇ ਨੋਟਸ ਇਹ ਵਾਲੇ ਨਹੀਂ ਖਰੀਦੇ, ਮੇਰੀ ਐਪ ਡਾਊਨਲੋਡ ਕਰ ਲਓ। ਉੱਥੇ ਤੁਹਾਨੂੰ ਪੰਜਾਬੀ ਦਾ ਫ੍ਰੀ ਆਫ ਕਾਸਟ ਕੰਟੈਂਟ ਵੀ ਮਿਲ ਜੂਗਾ ਪੜ੍ਹਨ ਵਾਸਤੇ। AAA ਬੁੱਕ ਦੀ ਪੈਡਾਗੋਜੀ ਆਪਾਂ ਅਪਲੋਡ ਕਰ ਦੇਣੀ ਆ, ਤੇ ਵਿਆਕਰਨ ਸਾਰਾ ਮੈਂ ਅਪਲੋਡ ਕਰ ਚੁੱਕੀ ਆ ਪੰਜਾਬੀ ਦਾ। 7814399144 ਨੰਬਰ ਤੇ ਮੈਸੇਜ ਕਰਕੇ ਤੁਸੀਂ ਮੇਰੇ ਨੋਟਸ ਖਰੀਦ ਸਕਦੇ ਹੋ। ਤੇ ਇਹ ਆ ਜੀ ਆਪਣੀ NCERT ਮੈਂ ਤਾਂ ਲਾਈ ਆ ਤਾਂ ਕਿ ਤੁਹਾਨੂੰ ਭੁਲੇਖਾ ਨਾ ਰਵੇ ਕਿ ਡਾਟਾ ਜਿਹੜਾ ਵਾ ਉਹ NCERT ਦਾ ਹੀ ਆ ਜਾਂ ਨਹੀਂ। NCERT ਐਂਡ ਪੰਜਾਬ ਬੋਰਡ ਜਿਓਗ੍ਰਾਫੀ ਕਲਾਸ 7th ਆਪਾਂ ਕਰਨ ਜਾ ਰਹੇ ਹਾਂ। ਦੇਖਦੇ ਹਾਂ ਆਪਾਂ ਕਿੰਨੇ ਕੁ ਚੈਪਟਰ ਜਿਹੜੇ ਆ ਉਹ ਕਵਰ ਕਰ ਪਾਉਂਦੇ ਆ ਜੀ। ਆਪਾਂ ਕਰ ਲਈਏ ਇਹਨੂੰ ਥੋੜਾ ਜਿਹਾ ਜ਼ੂਮ। ਤੇ ਆਪਣਾ ਜੀ ਫਸਟ ਚੈਪਟਰ ਹੈਗਾ ਜੀ ਵਾਤਾਵਰਨ। ਇਹ ਆਪਾਂ ਪਹਿਲਾਂ ਵੀ ਕੀਤਾ ਸੀ, ਮੈਂ ਫਟਾਫਟ ਪਹਿਲਾ ਚੈਪਟਰ ਆਪਾਂ ਫਟਾਫਟ ਕਵਰ ਕਰ ਲੈਣਾ ਵਾ। ਵੇਖੋ ਜੀ, ਵਾਤਾਵਰਨ ਦੀ ਜਿਹੜੀ ਉਤਪਤੀ ਆ, ਜਿਹੜੀ ਵਾਤਾਵਰਨ ਸ਼ਬਦ ਦੀ ਉਤਪਤੀ ਆ ਉਹ ਫ੍ਰੈਂਚ ਭਾਸ਼ਾ ਦੇ ਸ਼ਬਦ ਇਨਵੋਰ ਤੋਂ ਹੋਈ ਆ, ਜਿਸ ਦਾ ਅਰਥ ਕੀ ਆ? ਗੁਆਂਢ। ਜਿਹਦਾ ਅਰਥ ਕੀ ਆ? ਗੁਆਂਢ। ਵਾਤਾਵਰਨ ਸਾਡੀ ਬੁਨਿਆਦੀ ਜੀਵਨ ਸਹਾਇਤਾ ਪ੍ਰਣਾਲੀ ਹੈ। ਇਹ ਸਾਨੂੰ ਹਵਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ, ਪਾਣੀ, ਭੋਜਨ, ਅਤੇ ਜਿਸ ਤੇ ਧਰਤੀ ਮਤਲਬ ਜਿਹੜੀ ਧਰਤੀ ਤੇ ਅਸੀਂ ਰਹਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਫਟਾਫਟ ਕਰੂੰਗੀ ਪਹਿਲਾ ਚੈਪਟਰ ਕੰਪਲੀਟ, ਕਿਉਂਕਿ ਇਹ ਆਪਾਂ ਪਹਿਲਾਂ ਵੀ ਕੀਤਾ ਸੀ। ਕੁਝ ਵਸਤੂਆਂ ਕੁਦਰਤ ਵੱਲੋਂ ਬਣਾਈਆਂ ਜਾਂਦੀਆਂ ਹਨ, ਉਦਾਹਰਨ ਵਜੋਂ ਜਿਵੇਂ ਪਹਾੜ, ਠੀਕ ਆ, ਰੁੱਖ, ਕਿੰਨੀਆਂ ਚੀਜ਼ਾਂ ਜਿਹੜੀਆਂ ਅਸੀਂ ਕੁਦਰਤ ਦੀਆਂ ਵਾ, ਬੰਦੇ ਨੇ ਤੇ ਨਹੀਂ ਨਾ ਬਣਾਈਆਂ। ਠੀਕ ਆ। ਮਨੁੱਖੀ ਵਾਤਾਵਰਨ ਦੇ ਵਿੱਚ ਕੀ ਆਊਗਾ? ਮਨੁੱਖੀ ਵਾਤਾਵਰਨ ਮਨੁੱਖ ਵਿਚਕਾਰ ਗਤੀਵਿਧੀਆਂ, ਰਚਨਾਵਾਂ ਤੇ ਪਰਸਪਰ, ਮਤਲਬ ਕੋਈ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਮਨੁੱਖ ਕ੍ਰੀਏਟ ਕਰਦਾ, ਮਨੁੱਖ ਬਣਾਉਂਦਾ। ਉਸ ਤੋਂ ਬਾਅਦ
ਕੁਦਰਤੀ ਵਾਤਾਵਰਨ ਕੀ ਹੋ ਗਿਆ? ਇੱਕ ਤਾਂ ਜਦੋਂ ਅਸੀਂ ਕੁਦਰਤੀ ਵਾਤਾਵਰਨ ਦੀ ਕਰਦੇ, ਜ਼ਮੀਨ ਹੇਠਲਾ ਪਾਣੀ, ਹਵਾ, ਜਾਨਵਰ, ਪੇੜ ਪੌਦੇ, ਕਿੰਨਾ ਕੁਝ ਆ, ਇਹ ਸਾਰਾ ਜਿਹੜਾ ਵਾ ਕੁਦਰਤੀ ਵਾਤਾਵਰਨ ਦੇ ਵਿੱਚ ਆ ਜਾਂਦਾ। ਠੀਕ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕੁਦਰਤ, ਜੋ ਕਿ ਕਿਸੇ ਵੀ ਜੀਵਤ ਜੀਵ ਦੇ ਆਲੇ ਦੁਆਲੇ ਤੋਂ ਹੈ, ਉਹ ਵਾਤਾਵਰਨ ਵਿੱਚ ਸ਼ਾਮਿਲ ਹੈ। ਇਹ ਕੁਦਰਤ ਅਤੇ ਮਨੁੱਖ ਦੁਆਰਾ ਬਣਾਏ ਸੁਮੇਲ ਦਾ ਮਤਲਬ ਹੈ। ਠੀਕ ਹੈ। ਜਦੋਂ ਕਿ ਕੁਦਰਤੀ ਵਾਤਾਵਰਨ ਧਰਤੀ ਉੱਤੇ ਮੌਜੂਦ ਬਾਇਓਟਿਕ ਅਤੇ ਅਬਾਇਓਟਿਕ ਨੂੰ ਦਰਸਾਉਂਦਾ ਹੈ। ਹੁਣ ਤੁਸੀਂ ਕੁਦਰਤੀ ਵਾਤਾਵਰਨ ਜਿਹੜਾ ਵਾ, ਬਾਇਓਟਿਕ ਤੇ ਅਬਾਇਓਟਿਕ ਕੀ ਆ? ਮਤਲਬ ਇਹ ਕੁਝ ਚੀਜ਼ਾਂ ਅਜਿਹੀਆਂ ਵਾ ਹੈਗੀਆਂ ਤਾਂ ਕੁਦਰਤੀ ਆ, ਪਰ ਉਹ ਕੁਦਰਤੀ ਚੀਜ਼ਾਂ ਤੋਂ ਅੱਗੇ ਕਨਵਰਟ ਕਿਹੜੀ ਚੀਜ਼ ਦੇ ਵਿੱਚ ਹੋ ਜਾਂਦੀਆਂ ਵਾ? ਅੱਗੇ ਉਹ ਮਨੁੱਖੀ ਗਤੀਵਿਧੀਆਂ, ਜਦ ਤੱਕ ਮਨੁੱਖ ਨਹੀਂ ਕੋਈ ਗਤੀਵਿਧੀ ਕਰਦਾ, ਉਹ ਫਿਰ ਕੁਦਰਤੀ ਚੀਜ਼ ਹੀ ਰਹਿੰਦੀ, ਨੈਚੁਰਲੀ ਰਹਿੰਦੀ ਹੈ। ਪਰ ਜਦੋਂ ਕੋਈ ਮਨੁੱਖੀ ਗਤੀਵਿਧੀ ਆ ਜਾਂਦੀ ਹੈ ਤਾਂ ਉਹ ਮਨੁੱਖੀ ਵਾਤਾਵਰਨ ਦੇ ਵਿੱਚ ਚੇਂਜ ਹੋ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਬਾਇਓਟਿਕ ਜਾਂ ਅਬਾਇਓਟਿਕ ਦਰਸਾਉਣਾ ਆਖਦੇ ਆ। ਵਾਤਾਵਰਨ ਦੇ ਭੌਤਿਕ ਅਤੇ ਰਸਾਇਣਿਕ ਕਾਰਕਾਂ ਨਾਲ ਸਾਰੇ ਊਰਜਾ ਅਤੇ ਤਬਾਦਲੇ ਨਾਲ ਜੁੜੇ ਹੋਏ ਹਨ। ਊਰਜਾ ਦਾ ਤਬਾਦਲਾ ਹੁੰਦਾ ਰਹਿੰਦਾ। ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਤਾਂ ਅਸੀਂ ਪੌਦਿਆਂ ਤੋਂ ਅਸੀਂ ਆਕਸੀਜਨ ਲੈਂਦੇ ਹਾਂ, ਉਹ ਸਾਡੇ ਕੋਲੋਂ ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਸਾਨੂੰ ਆਕਸੀਜਨ ਦਿੰਦੇ ਆ, ਇਸ ਤਰੀਕੇ ਦੇ ਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਜੀ ਪੇਜ ਨੰਬਰ ਅੱਗੇ, ਫਟਾਫਟ ਆਪਾਂ ਪੜ੍ਹਦੇ ਜਾਣਾ। ਵੇਖੋ ਜੀ, ਕਹਿੰਦੇ ਵਾਤਾਵਰਨ ਜਿਹੜਾ ਆ, ਵਾਤਾਵਰਨ ਹਵਾ ਦੀ ਪਤਲੀ ਪਰਤ, ਵਾਯੂਮੰਡਲ ਜਿਹੜਾ ਵਾ ਉਹ ਹਵਾ ਦੀ ਕੀ ਆ? ਪਤਲੀ ਪਰਤ ਆ। ਇਹ ਆਪਾਂ ਬਹੁਤ ਡਿਟੇਲ ਦੇ ਨਾਲ ਕਰ ਚੁੱਕੇ, ਆਪਾਂ ਰਿਵੀਜ਼ਨ ਕਰ ਰਹੇ ਹਾਂ। ਜੋ ਧਰਤੀ ਨੂੰ ਘੇਰਦੀ ਹੈ ਤੇ ਧਰਤੀ ਦੀ ਗ੍ਰੈਵੀਟੇਸ਼ਨਲ ਬਲ ਇਸ ਦੇ ਦੁਆਲੇ ਵਾਯੂਮੰਡਲ ਨੂੰ ਸੰਭਾਲਦੀ ਹੈ। ਗ੍ਰੈਵੀਟੇਸ਼ਨਲ ਫੋਰਸ ਜਿਹੜੀ ਆ ਉਹ ਸਾਡੇ ਬਣੀ ਰਹਿੰਦੀ ਆ ਵਾਯੂਮੰਡਲ ਦੇ ਵਿੱਚ, ਇਸ ਦੇ ਦੁਆਲੇ ਵਾਯੂਮੰਡਲ ਨੂੰ ਸੰਭਾਲਦੀ ਹੈ। ਇਹ ਸਾਡੀ ਰੱਖਿਆ ਕਰਦਾ ਆ। ਕਿਹੜਾ? ਗ੍ਰੈਵੀਟੇਸ਼ਨਲ ਫੋਰਸ ਜਿਹੜੀ ਆ ਉਹ ਸਾਡੀ ਰੱਖਿਆ ਕਰਦੀ ਹੈ। ਜੇ ਨਾ ਹੁੰਦੀ ਤਾਂ ਅਸੀਂ ਵੀ ਇੱਧਰ ਉੱਧਰ, ਕਿਉਂਕਿ ਸਾਡੀ ਧਰਤੀ ਘੁੰਮਦੀ ਆ, ਅਸੀਂ ਵੀ ਨਾਲ ਨਾਲ ਘੁੰਮਦੇ ਫਿਰਦੇ ਹੁੰਦੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਇਕੋ ਸਿਸਟਮ। ਇਹ ਚੈਪਟਰ EVS ਵਾਲਿਆਂ ਦੇ ਲਈ ਵੀ ਓਨਾ ਹੀ ਜ਼ਰੂਰੀ ਆ। ਠੀਕ ਹੈ। ਇਕੋ ਸਿਸਟਮ ਕੀ ਆ? ਪਾਰਿਆ ਤੰਤਰ, ਇਹਨੂੰ ਅਸੀਂ ਹਿੰਦੀ ਦੇ ਵਿੱਚ ਕਹਿੰਦੇ ਆ। ਠੀਕ ਆ। ਇਸ ਦੁਆਰਾ ਬਣਾਈ ਗਈ ਇਹ ਕੁਦਰਤ ਦੁਆਰਾ ਬਣਾਈ ਗਈ ਇੱਕ ਪ੍ਰਣਾਲੀ ਹੈ। ਸਾਰੇ ਜੀਵਤ ਜੀਵਾਂ ਦਾ ਕੈਚ ਦੂਜੇ ਨਾਲ ਅਤੇ ਵਾਤਾਵਰਨ ਦੇ ਭੌਤਿਕ ਅਤੇ ਰਸਾਇਣਿਕ ਕਾਰਕ ਜਿਸ ਵਿੱਚ ਉਹ ਰਹਿੰਦੇ ਹਨ ਅਤੇ ਸਾਰੇ ਹੀ ਊਰਜਾ ਅਤੇ ਪਦਾਰਥ ਨਾਲ ਜੁੜੇ ਹੋਏ ਹਨ। ਇਕੋ ਸਿਸਟਮ ਕੀ ਆ? ਵੱਡੇ ਜਾਨਵਰਾਂ ਦਾ ਛੋਟਿਆਂ ਨੂੰ ਖਾਣਾ, ਛੋਟਿਆਂ ਦਾ ਹੋਰ ਅੱਗੋਂ ਕੀੜੇ ਮਕੌੜਿਆਂ ਨੂੰ ਖਾਣਾ, ਇਕੋ ਸਿਸਟਮ ਆਏ। ਅਸੀਂ ਵੀ ਜਾਨਵਰਾਂ ਤੇ ਡਿਪੈਂਡ ਆ, ਜਾਨਵਰ ਅੱਗੋਂ ਹੋਰ ਜਾਨਵਰਾਂ ਤੇ ਡਿਪੈਂਡ ਆ। ਇਹੀ ਤਾਂ ਰਾਜੇ ਇਕੋ ਸਿਸਟਮ ਆ। ਇਹਦੇ ਬਾਰੇ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਆ ਗਿਆ ਤਾਂ ਆਪਸ਼ਨਾਂ ਧਿਆਨ ਦੇ ਨਾਲ ਪੜ੍ਹਨੀਆਂ। ਉਸ ਤੋਂ ਬਾਅਦ ਤੁਸੀਂ ਆ ਜਾਓ ਮਨੁੱਖੀ ਵਾਤਾਵਰਨ ਤੇ। ਮਨੁੱਖੀ ਵਾਤਾਵਰਨ ਕੀ ਹੈ ਜੀ? ਮਨੁੱਖ ਵਾਤਾਵਰਨ ਨਾਲ ਤਾਲਮੇਲ ਰੱਖਦਾ ਹੈ ਤੇ ਆਪਣੀ ਲੋੜ ਅਨੁਸਾਰ ਸੋਧਦਾ ਹੈ। ਮਨੁੱਖ ਨੇ ਆਪਣੇ ਆਪ ਨੂੰ ਕੁਦਰਤੀ ਵਾਤਾਵਰਨ ਅਨੁਸਾਰ ਢਾਲ ਲਿਆ ਹੈ। ਠੀਕ ਹੈ। ਮਤਲਬ ਕਹਿੰਦੇ ਉਸਨੇ ਕੁਦਰਤੀ ਵਾਤਾਵਰਨ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਕੀਤੀ। ਸਮੇਂ ਦੇ ਨਾਲ ਨਾਲ ਮਨੁੱਖੀ ਲੋੜਾਂ ਵਧੀਆਂ, ਅੱਗੇ ਹੋਰ ਵੀ ਵਿਭਿੰਨ ਹੁੰਦੀਆਂ ਗਈਆਂ। ਮਤਲਬ ਮਸ਼ੀਨੀਕਰਨ ਆ ਗਿਆ। ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਆਪਣੇ ਆਪ ਹੀ ਕਰਨ ਲੱਗ ਪਿਆ। ਮਨੁੱਖ ਨੇ ਬਹੁਤ ਸਾਰੀਆਂ ਕਾਢਾਂ ਵੀ ਜਿਹੜੀਆਂ ਨੇ ਕੀਤੀਆਂ। ਠੀਕ ਹੈ ਜੀ। ਫਟਾਫਟ ਰਿਵੀਜ਼ਨ ਚੱਲਦੀ ਪਈ। ਇਸ ਤੋਂ ਪਹਿਲਾਂ ਮੈਂ ਸਾਰਾ ਕਨਸੈਪਟ ਜਿਹੜੇ ਆ ਚੈਪਟਰ ਵਾਈਜ਼ ਜਿਹੜੇ ਨੇ ਉਹ ਕਰਵਾਏ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਨੈਕਸਟ ਪੇਜ ਤੇ। ਇੱਕ ਮਿੰਟ। ਠੀਕ ਹੈ ਜੀ। ਠੀਕ ਹੈ। ਇਹ ਈਜ਼ੀ ਸੀ ਚੈਪਟਰ। ਠੀਕ ਹੈ। ਇਹ ਕੋਈ ਜ਼ਿਆਦਾ ਔਖਾ ਨਹੀਂ ਸੀ। ਦੂਜੇ ਚੈਪਟਰ ਤੇ ਆ ਜਾਓ। ਦੂਜਾ ਚੈਪਟਰ ਸਾਡਾ ਹੈਗਾ ਜੀ ਧਰਤੀ ਦਾ ਅੰਦਰਲਾ ਤੇ ਬਾਹਰਲਾ ਰੂਪ। ਠੀਕ ਹੈ। ਦੂਜਾ ਚੈਪਟਰ ਕਲਾਸ 7ਵੀਂ ਦੀ ਜਿਓਗ੍ਰਾਫੀ ਆਪਾਂ ਕਰਦੇ ਪਏ ਆ। ਠੀਕ ਹੈ। ਧਰਤੀ ਦੀਆਂ ਪੇਪੜਾਂ, ਧਰਤੀ ਦੀਆਂ ਪਰਤਾਂ। ਠੀਕ ਹੈ ਜੀ। ਤਾਂ ਇੱਥੇ ਜਿਹੜੀਆਂ ਵਾ ਆਪਣੀਆਂ ਇਹ ਕਨਸੈਪਟ ਇਦਾਂ ਦਾ ਕਨਸੈਪਟ ਹੈ ਜਿਹਦੇ ਵਿੱਚ ਸਾਨੂੰ ਇੱਕ ਕੁਐਸਚਨ ਪੱਕਾ ਆਉਣਾ ਹੀ ਆਉਣਾ। ਠੀਕ ਹੈ। ਜਦੋਂ ਅਸੀਂ ਧਰਤੀ ਦੀ ਪੇਪੜੀਆਂ ਦੀਆਂ ਗੱਲ ਕਰਦੇ ਹਾਂ ਤਾਂ ਪਹਿਲੇ ਧਰਤੀ ਦੀਆਂ ਪਰਤਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ। ਵਧੀਆ ਨਾ ਸੁਪਰਫਾਸਟ ਰਿਵੀਜ਼ਨ? ਇੱਕ ਵਾਰੀ ਲਾਈਵ ਚੈਟ 'ਚ ਕਮੈਂਟ ਕਰ ਤੋਂ ਵਧੀਆ ਆ ਨਾ। ਪੇਪੜੀ ਜਾਂ ਸਿਆਲ, ਜਿਹੜੀ ਪਹਿਲੀ ਪਰਤ ਆ ਉਹਨੂੰ ਪੇਪੜੀ ਵੀ ਕਹਿੰਦੇ ਆ, ਸਿਆਲ ਵੀ ਕਹਿੰਦੇ ਆ। ਸਿਆਲ ਕਿਉਂ ਕਹਿੰਦੇ ਆ? ਕਿਉਂਕਿ ਇਸ ਵਿੱਚ ਸਿਲੀਕੌਨ ਤੇ ਐਲੂਮੀਨੀਅਮ ਜਿਹੜਾ ਵਾ ਪਾਇਆ ਜਾਂਦਾ, ਤਾਂ ਕਰਕੇ ਸਿਆਲ ਬਣ ਜਾਂਦਾ ਵਾ। ਇਹਨੂੰ ਅਸੀਂ ਕੀ ਕਹਿੰਦੇ ਆ? ਸਿਆਲ ਦੇ ਨਾਮ ਨਾਲ ਜਾਣਦੇ ਆ। ਦੂਜੀ ਪਰਤ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ ਜੀ ਮੈਂਟਲ, ਜਾਂ ਇਹਨੂੰ ਅਸੀਂ ਸੀਮਾ ਵੀ ਕਹਿੰਦੇ ਆ। ਹੁਣ ਮੈਂਟਲ ਨੂੰ ਸੀਮਾ ਕਿਉਂ ਕਹਿੰਦੇ ਆ? ਕਿਉਂਕਿ ਸਿਲੀਕੌਨ ਦੇ ਨਾਲ ਨਾਲ ਇਹਦੇ ਵਿੱਚ ਮੈਗਨੀਜ਼ੀਅਮ ਪਾਇਆ ਜਾਂਦਾ ਵਾ, ਇਸ ਕਰਕੇ ਅਸੀਂ ਇਹਨੂੰ ਸੀਮਾ ਦੇ ਨਾਮ ਨਾਲ ਜਾਣਦੇ ਆ। ਸੱਸੇ ਤੋਂ ਸਿਲੀਕੌਨ ਤੇ ਮੇ ਤੋਂ ਮੈਗਨੀਜ਼ੀਅਮ, ਇਦਾਂ ਕਰਕੇ ਤੁਸੀਂ ਯਾਦ ਰੱਖ ਲੈਣਾ। ਸੱਸੇ ਤੋਂ ਸਿਲੀਕੌਨ ਤੇ ਐੜੇ ਤੋਂ ਐਲੂਮੀਨੀਅਮ, ਉਹ ਪੇਪੜੀ ਹੋ ਜੂਗੀ, ਸਿਆਲ ਹੋ ਜੂਗੀ।
ਸੱਸੇ ਤੋਂ ਸਿਲੀਕੌਨ ਤੇ ਮੰਮੇ ਤੋਂ ਮੈਗਨੀਜ਼ੀਅਮ, ਉਹ ਸੀਮਾ ਹੋ ਜੂਗੀ ਪਰਤ, ਦੂਜੀ ਹੋ ਜੂਗੀ ਮੈਂਟਲ। ਵਧੀਆ ਨਾ ਤਿਆਰੀ, ਘੈਂਟ ਜ਼ਬਰਦਸਤ। ਬਸ ਪੂਰਾ ਕੰਮ ਖਿੱਚ ਕੇ ਰੱਖੋ, ਏਦਾਂ ਹੀ ਸਪੋਰਟ ਦਿਖਾਉਂਦੇ ਰਹੋ। ਜ਼ਿਆਦਾ ਤੋਂ ਜ਼ਿਆਦਾ ਬੱਚੇ ਜਿਹੜੇ ਆ ਉਹ ਲੈ ਕੇ ਆਓ ਇਸ ਚੈਨਲ ਤੇ। ਕੋਰ ਜਾਂ ਕਾਰ ਨਹੀਂ, ਸੌਰੀ ਗਲਤੀ ਦੇ ਨਾਲ ਲਿਖਿਆ ਗਿਆ ਵਾ ਕੋਰ, ਕੋਰ ਜਾਂ ਨਾਈਫ। ਇਸ ਵਿੱਚ ਲੋਹਾ ਅਤੇ ਨਿੱਕਲ ਪਾਇਆ ਜਾਂਦਾ ਵਾ। ਇਹਦੇ ਵਿੱਚ ਕੀ ਪਾਇਆ ਜਾਂਦਾ ਵਾ? ਲੋਹਾ ਤੇ ਨਿੱਕਲ ਪਾਇਆ ਜਾਂਦਾ, ਇਸ ਕਰਕੇ ਇਹਨੂੰ ਅਸੀਂ ਨਾਈਫ ਦੇ ਨਾਮ ਨਾਲ ਵੀ ਜਾਣਦੇ ਆ। ਸੋ ਸਭ ਤੋਂ ਪਹਿਲਾਂ ਪੇਪੜੀ, ਮਤਲਬ ਇਹਨਾਂ 3 ਪਰਤਾਂ ਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ। ਜਿਹੜੀ ਮਹਾਂਦੀਪ ਦੀ ਸਤ੍ਹਾ ਵਾ, ਜਿਹੜੀ ਸਾਡੀ ਧਰਤੀ ਦੀ ਪਹਿਲੀ ਪਰਤ ਆ ਪੇਪੜੀ, ਮਹਾਂਦੀਪ ਦੀ ਸਤ੍ਹਾ ਤੋਂ 35 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਾਨੂੰ ਮਿਲਦੀ ਆ। ਸਮੁੰਦਰ ਦੀ ਸਤ੍ਹਾ ਤੋਂ 5 ਕਿਲੋਮੀਟਰ ਤੇ ਮਹਾਂਦੀਪ ਦੀ ਸਤ੍ਹਾ ਤੋਂ 35 ਕਿਲੋਮੀਟਰ ਤੇ। ਸੋ ਯਾਦ ਰੱਖ ਲਿਓ, ਇਹ ਹਲਕੀ ਪਰਤ ਆ, ਇਹ ਧਰਤੀ ਦਾ 1% ਹਿੱਸਾ ਵਾ, ਠੀਕ ਆ, ਬਹੁਤ ਘੱਟ। ਧਰਤੀ ਦੇ ਸਿਰਫ 1% ਹਿੱਸੇ ਤੇ ਕਿਹੜੀ ਪਰਤ ਆਉਂਦੀ ਆ? ਪੇਪੜੀ ਆਉਂਦੀ ਆ। ਸਮੁੰਦਰੀ ਸਤ੍ਹਾ ਤੋਂ ਪੁੱਛਿਆ ਜਾਵੇ ਤਾਂ 35 ਕਿਲੋਮੀਟਰ ਦੇ ਘੇਰੇ ਤੇ ਆ। ਜੇਕਰ ਸਮੁੰਦਰ ਦੀ ਸਤ੍ਹਾ ਤੋਂ ਪੁੱਛਿਆ ਜਾਵੇ ਤਾਂ 5 ਕਿਲੋਮੀਟਰ ਦੇ ਘੇਰੇ ਤੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਦੂਜੀ ਪਰਤ ਤੇ ਆ ਜਾਓ, ਮੈਂਟਲ ਤੇ। ਜਦੋਂ ਅਸੀਂ ਮੈਂਟਲ ਦੀ ਗੱਲ ਕਰਦੇ ਆ ਤਾਂ ਇਹ ਵਿਚਕਾਰਲੀ ਪਰਤ ਆ, ਧਰਤੀ ਦੀ ਵਿਚਕਾਰਲੀ ਪਰਤ ਕਿਹੜੀ ਹੈ ਜੀ? ਮੈਂਟਲ ਆ। 2900 ਕਿਲੋਮੀਟਰ ਦੀ ਗਹਿਰਾਈ ਤੇ ਫੈਲੀ ਆ ਜੀ ਇਹ, ਤੇ ਇਹ ਸਾਡੀ ਧਰਤੀ ਦਾ 84% ਹਿੱਸਾ ਘੇਰਦੀ ਆ। ਸੋ ਇੱਕ ਤਾਂ ਸਭ ਤੋਂ ਘੱਟ ਕਿਹੜੀ ਪਰਤ ਘੇਰਦੀ ਆ, ਸਭ ਤੋਂ ਜ਼ਿਆਦਾ ਕਿਹੜਾ ਘੇਰਦੀ? ਇਹ 2 ਪੁਆਇੰਟ ਮੋਸਟ ਇੰਪੋਰਟੈਂਟ ਆ ਜੋ ਕਿ ਪੁੱਛੇ ਜਾ ਸਕਦੇ। ਸਭ ਤੋਂ ਘੱਟ ਪੇਪੜੀ, ਓਨਲੀ 1%, ਤੇ ਵਿਚਕਾਰਲੀ ਪਰਤ ਜਿਹੜੀ ਆ ਉਹ ਹੈਗੀ ਆ ਜੀ ਸਾਡੀ ਮੈਂਟਲ, 2900 ਕਿਲੋਮੀਟਰ ਦੀ ਗਹਿਰਾਈ ਤੇ ਇਹ ਫੈਲੀ ਆ, ਠੀਕ ਆ। ਸਭ ਤੋਂ ਕਾਫੀ ਜ਼ਿਆਦਾ ਆ ਇਹ, ਠੀਕ ਆ, ਤੇ ਧਰਤੀ ਦਾ 84% ਹਿੱਸਾ ਜਿਹੜਾ ਵਾ ਇਹ ਘੇਰਦੀ ਆ। ਤੀਜੀ ਪਰਤ ਤੇ ਆ ਜਾਓ, ਕੋਰ, ਸਭ ਤੋਂ ਅਖੀਰਲੀ ਜਾਂ ਤੀਜੀ ਪਰਤ ਜਿਹਨੂੰ ਅਸੀਂ ਕਹਿੰਦੇ ਆ, ਇਹ 3500 ਕਿਲੋਮੀਟਰ ਦੀ ਗਹਿਰਾਈ ਤੇ ਫੈਲੀ ਆ, ਤੇ ਇਹ ਧਰਤੀ ਦਾ 6371 ਕਿਲੋਮੀਟਰ ਦੇ ਘੇਰੇ ਤੇ ਫੈਲੀ ਆ। ਮੈਂ ਤੁਹਾਨੂੰ ਕੀ ਕਿਹਾ ਕਿ 2 ਪੁਆਇੰਟ ਯਾਦ ਰੱਖਣੇ ਜ਼ਰੂਰੀ ਆ। ਸਭ ਤੋਂ ਜ਼ਿਆਦਾ ਕਿਹੜੀ ਆ ਤੇ ਘੱਟ ਕਿਹੜੀ? ਸਭ ਤੋਂ ਜ਼ਿਆਦਾ ਪੇਪੜੀ ਆ, ਓਨਲੀ 1%। ਸਭ ਤੋਂ ਜ਼ਿਆਦਾ ਕਿਹੜੀ ਆ? ਕੋਰ ਆ, 6371 ਕਿਲੋਮੀਟਰ, ਠੀਕ ਹੈ ਜੀ। ਇਹ ਸਭ ਤੋਂ ਜ਼ਿਆਦਾ ਵਾ ਕੋਰ। ਸੋ ਯਾਦ ਹੋ ਜਾਊਗਾ। ਵੇਖੋ, ਮਹਾਂਦੀਪ ਦੀ ਸਤ੍ਹਾ ਤੋਂ ਪੇਪੜੀ 35 ਕਿਲੋਮੀਟਰ, ਸਮੁੰਦਰ ਦੀ ਸਤ੍ਹਾ ਤੋਂ 5 ਕਿਲੋਮੀਟਰ, ਧਰਤੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਤੇ? 1% ਹਿੱਸੇ ਤੇ। ਮੈਨੂੰ ਯਾਦ ਹੋ ਗਿਆ ਨਾਲੋਂ ਨਾਲ, ਉਹ ਤਾਂ ਉੱਪਰ ਲੰਘ ਗਿਆ ਸੀ। ਫਿਰ ਵੇਖੋ ਮੈਂਟਲ, 2900 ਕਿਲੋਮੀਟਰ ਦੇ ਘੇਰੇ ਤੇ ਫੈਲੀ ਆ, ਧਰਤੀ ਦਾ 84% ਹਿੱਸਾ ਘੇਰਦੀ ਆ। ਕੋਰ ਜਿਹੜੀ ਆ ਉਹ 3500 ਕਿਲੋਮੀਟਰ ਦੇ ਘੇਰੇ ਤੇ ਫੈਲੀ ਆ, ਤਾਂ 6371 ਫੈਲੀ ਹੋਈ ਹੈ ਧਰਤੀ ਦੀ ਜਿਹੜੀ ਆਪਣੀ ਸਤ੍ਹਾ ਤੇ, ਠੀਕ ਹੈ ਜੀ। ਹੋ ਗਿਆ ਯਾਦ? ਹੁਣ ਕਿਤੇ ਪੜ੍ਹਨ ਦੀ ਲੋੜ ਆ? ਨਹੀਂ ਜੀ, ਕਿਤੇ ਪੜ੍ਹਨ ਦੀ ਲੋੜ ਨਹੀਂ, ਯਾਦ ਹੋ ਗਿਆ। ਪੇਪੜੀਆਂ ਦੇ ਬਾਰੇ, ਆਪਣੀਆਂ ਪਰਤਾਂ ਦੇ ਬਾਰੇ ਜਿਹੜਾ ਮਰਜ਼ੀ MCQ ਆ ਜੇ, ਮੈਨੂੰ ਪਤਾ ਮੇਰੇ ਬੱਚੇ ਕਰ ਲੈਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਸਭ ਤੋਂ ਗਹਿਰੀ ਖਾਣ ਦੀ ਗੱਲ ਤੇ ਫਿਰ ਆਪਾਂ ਜ਼ਰੂਰ ਕਰਾਂਗੇ। ਅਫਰੀਕਾ ਦੇ ਵਿੱਚ 4 ਕਿਲੋਮੀਟਰ ਤੱਕ ਫੈਲੀ ਹੋਈ ਆ ਸਭ ਤੋਂ ਗਹਿਰੀ ਖਾਣ ਜਿਹੜੀ ਆ। ਅਫਰੀਕਾ ਦੇ ਇੰਜੀਨੀਅਰਿੰਗ ਜਿਹੜੇ ਆ 6 ਕਿਲੋਮੀਟਰ ਦੀ ਖੁਦਾਈ ਜਿਹੜੀ ਆ ਉਹ ਕਰ ਚੁੱਕੇ ਆ ਹੇਠਾਂ ਤੱਕ ਇਸ ਗਹਿਰੀ ਖਾਣ ਦੇ ਲਈ, ਠੀਕ ਹੈ ਜੀ। ਪੇਜ ਨੰਬਰ 8 ਤੇ ਆ ਜਾਓ। ਪੇਜ ਨੰਬਰ 8 ਆ ਗਿਆ ਜੀ ਸਾਡਾ ਚਟਾਨਾਂ ਦਾ ਵਰਗੀਕਰਨ। ਇਹ ਬਹੁਤ ਇੰਪੋਰਟੈਂਟ ਆ। ਇਹ ਉਹ ਟੌਪਿਕ ਆ ਜਿਹੜਾ ਬਈ ਸਾਡੇ ਪਿਛਲੇ PSET ਦੇ ਪੇਪਰ ਵਿੱਚ ਕੁਐਸਚਨ ਆਇਆ ਸੀ, ਸੈਂਡੀਮੈਂਟਰੀ ਰੌਕਸ ਵਾਲਾ। ਤੇ ਇੱਕ ਚੀਜ਼ ਮੈਂ ਕਹਿੰਦੀ ਹੁੰਦੀ ਆ ਕਿ ਇੰਗਲਿਸ਼ ਦੇ ਵਿੱਚ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਿਆ ਕਰੋ, ਕਿਉਂਕਿ ਉਹਨਾਂ ਨੇ ਪੰਜਾਬੀ ਲਿਖੀ ਹੁੰਦੀ ਪਰ ਸ਼ਬਦ ਇੰਗਲਿਸ਼ ਦੇ ਹੁੰਦੇ ਆ। ਵੇਖੋ ਜੀ, ਜਦੋਂ ਅਸੀਂ ਚਟਾਨਾਂ ਦੀ ਗੱਲ ਕਰਦੇ ਆ, ਅਗਨੀ ਚਟਾਨਾਂ, ਇਹ ਜਿਹੜਾ ਵਾ ਸ਼ਬਦ ਨੂੰ ਧਿਆਨ ਦੇ ਵਿੱਚ ਰੱਖਿਓ। ਲੈਟਿਨ ਭਾਸ਼ਾ ਦਾ ਸ਼ਬਦ ਆ ਇਗਨੀਅਸ, ਠੀਕ ਆ, ਤੇ ਇਹਦਾ ਅਰਥ ਕੀ ਆ? ਅੱਗ। ਇਹ ਲੈਟਿਨ ਭਾਸ਼ਾ ਦਾ ਸ਼ਬਦ ਹੈ, ਇਹਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ ਜੀ। ਜਦੋਂ ਅਸੀਂ ਗੱਲ ਕਰਦੇ ਆ ਅਗਨੀ ਚਟਾਨਾਂ, ਜਿਹੜੀਆਂ ਸਾਨੂੰ 2 ਤਰ੍ਹਾਂ ਦੀਆਂ ਮਿਲਦੀਆਂ, ਇੱਕ ਤਾਂ ਅੰਤਰਵੇਦੀ ਚਟਾਨਾਂ ਤੇ ਦੂਜੀਆਂ ਹੁੰਦੀਆਂ ਜੀ ਬਾਹਰਵੇਦੀ ਚਟਾਨਾਂ, ਠੀਕ ਆ। ਅੰਤਰਵੇਦੀ ਚਟਾਨਾਂ ਜਿਹੜੀਆਂ ਵਾ, ਮੈਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਮੈਨੂੰ ਪੈਨ ਲੈ ਲੈਣਾ ਚਾਹੀਦਾ ਤਾਂ ਕਿ ਤੁਹਾਨੂੰ ਸਮਝ ਆ ਜੇ। ਇਹ ਕਨਸੈਪਟ ਜਿਹੜਾ ਵਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਹੈ ਜੀ। ਵੇਖੋ, ਆਪਾਂ ਅਗਨੀ ਚਟਾਨਾਂ ਦੀ ਗੱਲ ਕਰ ਰਹੇ ਹਾਂ। ਅਗਨੀ ਚਟਾਨਾਂ ਜਿਹੜੀਆਂ ਵਾ ਇਹ 2 ਤਰ੍ਹਾਂ ਦੀਆਂ ਵਾ, ਅੰਤਰਵੇਦੀ ਅਗਨੀ ਚਟਾਨਾਂ ਤੇ ਬਾਹਰਵੇਦੀ ਅਗਨੀ ਚਟਾਨਾਂ, ਠੀਕ ਹੈ ਜੀ। ਜਦੋਂ ਅਸੀਂ ਅੰਤਰਵੇਦੀ ਚਟਾਨਾਂ ਦੀ ਗੱਲ ਕਰਦੇ ਆ, ਅੰਤਰਵੇਦੀ ਜਿਹੜੀਆਂ ਚਟਾਨਾਂ ਵਾ ਇਹ ਅੱਗੋਂ ਹੋਰ 2 ਤਰ੍ਹਾਂ ਦੀਆਂ ਵਾ, ਪਤਾਲੀ ਅਗਨੀ ਚਟਾਨਾਂ ਤੇ ਮੱਧਵਰਤੀ ਅਗਨੀ ਚਟਾਨਾਂ,
ठीक है जी। तो इन्हों आप पढ़ते हैं अग्नि चट्टाना जड़ियां वा, वेखो जी ध्यान दे नाल, सब तो पहला आप इन्हों ही पढ़ लेने आ। अग्नि चट्टाना की हुंदियां, जदों गर्म लावा धरती की सतह ते आके हलचल करदा ते ओनू असीं की कह दिंदे आ, अग्नि चट्टाना कह दिंदे आ। हुण दो तरह दियां वा, अंतरवेदी ते बाहरवेदी। वेखो जी अंतरवेदी दा मतलब आ जदों गर्म लावा धरती की सतह ते आके धरती दे अंदर ठंडा हो जांदा, गर्म लावा जिहड़ा वा धरती दे अंदर ही ठंडा हो गया, ओनू असीं अंतरवेदी कवांगे। ठीक है, ते मतलब ये अंतरवेदी चट्टाना होणगियां, इहनूं असीं मैगमे दे नाम नाल जानदे हां। जिहड़ा मटीरियल धरती दे अंदर ही ठंडा हो गया अंतरवेदी, ते ओनू असीं मैगमा कवांगे। ते गर्म लावा धरती की सतह ते जदों बाहर आ जांदा, ओनू असीं बाहरवेदी कवांगे। ठीक है, उदाहरण इहदी की आ बसाल्ट ते दक्खण दा पठार। ठीक है, ठीक है, बाहर वेदी अग्नि चट्टाना की उदाहरण किहड़ी आ? आंसर आऊगा बसाल्ट ते दक्खण दा पठार। ते जेकर तुहानूं पुछा जावे अग्नि चट्टाना दे विचों अंतरवेदी चट्टाना की उदाहरण किहड़ी आ? वो हैगी जी ग्रेनाइट ते गैब्रो। ग्रेनाइट ते गैब्रो पताली चट्टाना की सूची दे विच आउंदे आ। जिहड़ियां मध्यवर्ती चट्टाना वा अंतरवेदी चट्टाना की अग्गों किस्म जिहड़ी आ मध्यवर्ती चट्टाना, वो भारत का रांची का पठार जिहड़ा वा। समझ लग गई? मैं दोबारा दसदी हां राजे, जिहड़ियां साडीआं अग्नि चट्टाना दे विचों अग्नि चट्टाना की पहली किस्म सी अंतरवेदी चट्टाना। अंतरवेदी चट्टाना भी दो तरह दियां सी, पताली ते मध्यवर्ती। जेकर ग्रेनाइट ते गैब्रो पूछा जावे, ये अग्नि चट्टाना की उदाहरण है। अग्नि चट्टाना की पहली किस्म अंतरवेदी चट्टाना की उदाहरण आ, तां ये जिहड़ी नाल ही अंतरवेदी चट्टाना की पताली अग्नि चट्टाना की अगों उदाहरण है। ये 3 पॉइंट ये बारे याद रखना। जे तुहानूं भारत रांची का पठार पूछा जावे, अग्नि चट्टाना, अंतरवेदी चट्टाना ते अंतरवेदी चट्टाना की अगों किस्म मध्यवर्ती चट्टाना की उदाहरण है भारत का रांची का पठार। जेकर बसाल्ट पूछा गया, दक्खण का पठार पूछा गया, तो वह अग्नि चट्टाना दे विचों बाहरवेदी अग्नि चट्टाना की उदाहरण आ। उम्मीद आ कंसैप्ट ते नहीं भुलदे मेरे बच्चे। ठीक है जी। ते हुण आपां गल करदे हां, अगे आ जाओ बई, इत्थे इत्थे हाँ अग्नि चट्टाना हो गईयां। उस तो बाद दूजे नंबर दियां जिहड़ियां साडीआं चट्टाना वो हैगियां जी साडीआं तैहदार चट्टाना। मैं बारी बारी कहनी हाँ भी शब्द जरूर याद रखने आ, क्योंकि इन्हां ने पंजाबी दे विच इदां जिद्दां इत्थे मैं लिखिया ना सैंडीमैंटरी हैगा, तां पंजाबी च लिखा पर शब्द इंग्लिश दा वो भी इदां लिख दिंदे आ। ते जिहड़े बच्चे पूरा पंजाबी वाले आ, पूरी मीडियम पंजाबी तैहदार चट्टाना रूपांतरी चट्टाना इदां पढ़ के गए हुंदे आ, फिर उत्थे साडे वर्गां नूं कित्थे पता लगदा भी सैंडीमैंटरी ते मैटामॉर्फस की। इस करके इंग्लिश दे विच भी याद रखना जरूरी आ। तैहदार चट्टाना नूं असीं सैंडीमैंटरी रॉक्स भी कहने आ। सैंडीमैंट्स शब्द जिहड़ा वा वो लैटिन भाषा का शब्द है, जिहदा अर्थ की आ स्थिर जां स्थाई। यही तो फर्क आ, क्योंकि NCERT जिहड़ी आ इहो ਜਿਹੇ शब्दां दे ਜਿਹੜੀ ਸਾਨੂੰ तह तक जाके दसदी आ भी ਇਹ ਕਿਹੜੀ ਭਾਸ਼ਾ ਦਾ ਸ਼ਬਦ ਆ, ਇਹਦਾ अर्थ ਕੀ ਆ। सो इदां ਦਾ ਕਨਸੈਪਟ ਜਿਹੜਾ ਵਾ ਸਾਨੂੰ PSET ਦੇ ਪੇਪਰ ਵਿੱਚ ਪੁੱਛਿਆ ਜਾ ਸਕਦਾ। ਬਹੁਤ ਜ਼ਿਆਦਾ ਚਾਂਸ ਆ ਜਦੋਂ ਅਸੀਂ ਅਗਨੀ ਚਟਾਨਾਂ ਦੀ ਗੱਲ, ਇਹ ਜ਼ਿਆਦਾਤਰ ਸ਼ਬਦ ਸਾਰੇ ਲੈਟਿਨ ਭਾਸ਼ਾ ਦੇ ਆ, ਇਹ ਤਾਂ ਯਾਦ ਰੱਖਣਾ ਈਜ਼ੀ ਆ। ਪਰ ਉਹਨਾਂ ਲੈਟਿਨ ਭਾਸ਼ਾ ਸ਼ਬਦਾਂ ਦਾ ਅਰਥ ਕੀ ਆ ਇਹ ਵੀ ਧਿਆਨ ਦੇ ਵਿੱਚ ਰੱਖਣਾ। ਹੁਣ ਜਿਹੜਾ ਸਾਡਾ ਸੈਂਡੀਮੈਂਟਸ ਸ਼ਬਦ ਆ ਇਹ ਲੈਟਿਨ ਭਾਸ਼ਾ ਦਾ ਤਾਂ ਹੈਗਾ, ਪਰ ਇਹਦਾ ਅਰਥ ਕੀ ਆ? ਕੋਈ ਚੀਜ਼ ਸਥਿਰ ਹੋਣੀ, ਕੋਈ ਚੀਜ਼ ਸਥਾਈ ਹੋਣੀ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਜਿਹੜੀਆਂ ਸਾਡੀਆਂ ਰੂਪਾਂਤਰਿਤ ਚਟਾਨਾਂ ਰਾਜੇ, ਇਹਨਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਮੈਂਟਾਮੋਰਫਿਕ ਚਟਾਨਾਂ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਮੈਂ ਬਾਰੀ ਬਾਰੀ ਕਹਿ ਰਹੀ ਹਾਂ, ਪੰਜਾਬੀ ਵਾਲੇ ਸ਼ਬਦਾਂ ਨੂੰ ਇਗਨੋਰ ਕਰਕੇ ਚੱਲਿਓ, ਇੰਗਲਿਸ਼ ਨੂੰ ਜ਼ਿਆਦਾ ਕੰਸਨਟਰੇਟ ਕਰਿਓ, ਕਿਉਂਕਿ ਐਜ਼ ਇਟ ਇਜ਼ ਵੀ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖਿਆ ਹੋਣਾ, ਫਿਰ ਤੁਹਾਨੂੰ ਪਤਾ ਹੋਣੇ ਚਾਹੀਦੇ ਇਹ ਸ਼ਬਦ। ਜਿਹੜਾ ਸਾਡਾ ਮੈਂਟਾਮੋਰਫਿਕ ਆ ਇਹ ਥੋੜਾ ਜਿਹਾ ਟੇਢਾ ਵਾ, ਕਿਉਂਕਿ ਜਦੋਂ ਅਸੀਂ ਅਗਨੀ ਸ਼ਬਦ ਦੀ ਇਗਨੀਸ ਰੌਕਸ ਦੀ ਗੱਲ ਕੀਤੀ ਸੀ, ਜਦੋਂ ਅਸੀਂ ਸੈਂਡੀਮੈਂਟਰੀ ਰੌਕਸ ਦੀ ਗੱਲ ਕੀਤੀ ਸੀ, ਤਾਂ ਇਹ ਦੋਵੇਂ ਸ਼ਬਦ ਲੈਟਿਨ ਭਾਸ਼ਾ ਦੇ ਸੀ। ਪਰ ਤੀਜਾ ਵੱਖਰਾ ਆ ਗਿਆ, ਉਹ ਕਿਹੜਾ ਆ ਗਿਆ? ਮੈਂਟਾਮੋਰਫਿਕ, ਕਿਉਂਕਿ ਗ੍ਰੀਕ ਭਾਸ਼ਾ ਦਾ ਸ਼ਬਦ ਆ। ਜਦੋਂ ਅਸੀਂ ਗ੍ਰੀਕ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਮੈਂਟਾਮੋਰਕਸ ਦਾ ਮਤਲਬ ਕੀ ਆ ਕਿ ਮਤਲਬ ਜਿਹਦੇ ਵਿੱਚ ਕੋਈ ਬਦਲਾਵ, ਜਿਹਦੇ ਰੂਪ ਦੇ ਵਿੱਚ ਕੋਈ ਬਦਲਾਵ ਆ ਗਿਆ ਹੋਵੇ, ਰੂਪ ਦੇ ਵਿੱਚ ਚੇਂਜ ਆ ਗਿਆ ਹੋਵੇ, ਉਹਨੂੰ ਅਸੀਂ ਮੈਂਟਾਮੋਰਫਿਕ ਦੇ ਨਾਮ ਨਾਲ ਜਾਣਦੇ ਹਾਂ। ਮੈਂਟਾਮੋਰਫਿਕ ਰੂਪਾਂਤਰਿਤ ਮਤਲਬ ਰੂਪ ਦੇ ਵਿੱਚ ਪਰਿਵਰਤਨ ਆ ਜਾਣਾ। ਠੀਕ ਹੈ ਜੀ, ਜਦੋਂ ਅਸੀਂ
ਮੈਟਾਮੋਰਫਿਕ ਰੌਕਸ ਦੀ ਗੱਲ ਕਰਦੇ ਆ ਤਾਂ ਇਹ ਵੀ ਸਾਨੂੰ ਅੱਗੋਂ ਦੋ ਤਰ੍ਹਾਂ ਦੀਆਂ ਮਿਲਦੀਆਂ, ਕਿਹੜੀਆਂ ਕਿਹੜੀਆਂ ਜੀ? ਇੱਕ ਤਾਂ ਤਾਪੀ ਰੂਪਾਂਤਰਣ, ਇੱਕ ਜੀ ਇਹਨਾਂ ਦੀ ਦੂਜੀ ਕਿਸਮ ਆ ਜੀ ਖੇਤਰੀ ਰੂਪਾਂਤਰਣ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਮੈਨੂੰ ਉਮੀਦ ਆ ਵੀ ਤੁਹਾਨੂੰ ਨਾਲੋਂ ਨਾਲ ਜਿਹੜਾ ਵਾ ਉਹ ਯਾਦ ਹੋ ਰਿਹਾ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਆ ਰਹੀ। ਠੀਕ ਹੈ ਜੀ, ਆ ਜਾਓ ਜੀ ਤੈਅਦਾਰ ਚਟਾਨਾਂ। ਇੱਕ ਮਿੰਟ ਬਈ, ਓਹੋ ਇੱਕ ਮਿੰਟ। ਹਾਂਜੀ, ਤੈਅਦਾਰ ਚਟਾਨਾਂ। ਠੀਕ ਹੈ, ਸੈਂਡੀਮੈਂਟਰੀ ਰੌਕਸ ਜਿਹਨੂੰ ਅਸੀਂ ਕਹਿੰਦੇ ਆ। ਕੀ ਕਹਿੰਦੇ ਆ? ਸੈਂਡੀਮੈਂਟਰੀ ਰੌਕਸ। ਉਹ ਕਿਹੜੀਆਂ ਹੁੰਦੀਆਂ ਜੀ? ਤੈਅਦਾਰ ਚਟਾਨਾਂ। ਵੇਖੋ ਜੀ, ਜਿਹੜੀਆਂ ਸਾਡੀਆਂ ਤੈਅਦਾਰ ਚਟਾਨਾਂ ਭਾਰਤ ਵਿੱਚ ਗੰਗਾ ਸਤਲੁਜ ਦੇ ਮੈਦਾਨ ਪਠਾਰ, ਇਹ ਕਿਹਦੀ ਉਦਾਹਰਨ ਆ? ਸਾਡੀ ਸੈਂਡੀਮੈਂਟਰੀ ਰੌਕਸ ਦੀ ਉਦਾਹਰਨ ਆ। ਠੀਕ ਆ, ਹੁਣ ਭਾਰਤ ਦਾ ਜਿਹੜਾ ਲਾਲ ਕਿਲਾ ਉਹ ਬਲੂਆ ਪੱਥਰ ਦੇ ਨਾਲ ਬਣਿਆ ਤੇ ਬਲੂਆ ਪੱਥਰ ਕਿਹਦੀ ਉਦਾਹਰਨ ਦੇ ਵਿੱਚ ਆਉਂਦੇ ਆ? ਉਹ ਤੈਅਦਾਰ ਚਟਾਨਾਂ, ਉਹ ਸੈਂਡੀਮੈਂਟਰੀ ਰੌਕਸ ਦੇ ਵਿੱਚ ਆਉਂਦੇ ਆ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਹੋ ਗਿਆ ਨਾ ਯਾਦ ਨਾਲੋਂ ਨਾਲ? ਬਸ ਹੁਣ ਕਿਤੇ ਵੀ MCQ ਲਾਉਣ ਦੀ ਲੋੜ ਨਹੀਂ। ਥਿਊਰੀ ਮੈਂ ਪਹਿਲਾਂ ਹੀ ਕਿਹਾ ਸੀ ਵੀ ਕਨਸੈਪਟ ਕਲੀਅਰ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਆ। ਹੋ ਗਿਆ ਯਾਦ? ਸੈਂਡੀਮੈਂਟਰੀ ਰੌਕਸ ਭਾਰਤ ਦਾ ਗੰਗਾ ਸਤਲੁਜ ਦੇ ਮੈਦਾਨ, ਲਾਲ ਕਿਲਾ ਜੋ ਕਿ ਬਲੂਆ ਪੱਥਰ ਤੋਂ ਬਣਿਆ, ਇਹ ਤੈਅਦਾਰ ਚਟਾਨਾਂ ਸੈਂਡੀਮੈਂਟਰੀ ਰੌਕਸ ਦੀ ਉਦਾਹਰਨ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਰੂਪਾਂਤਰਿਤ ਚਟਾਨਾਂ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਮੈਟਾਮੋਰਫਿਕਸ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ ਜੀ, ਇਹ ਸ਼ਬਦ ਗ੍ਰੀਕ ਭਾਸ਼ਾ ਦਾ ਸ਼ਬਦ ਮੈਟਾ ਤੋਂ ਬਣਿਆ। ਮੈਟਾ ਤੋਂ ਭਾਵ ਬਦਲਾਵ ਤੇ ਮਾਸ ਤੋਂ ਮਤਲਬ ਰੂਪ ਵਿੱਚ ਬਦਲਾਵ। ਇਹ ਦੋ ਪ੍ਰਕਾਰ ਦੀਆਂ ਹਨ। ਰੂਪਾਂਤਰਿਤ ਚਟਾਨਾਂ ਦਾ ਅੱਗੇ ਰੂਪ ਬਦਲ ਜਾਂਦਾ। ਠੀਕ ਆ, ਤੇ ਅੱਗੇ ਕਿਸੇ ਚੀਜ਼ ਦਾ ਜਨਮ ਹੁੰਦਾ। ਇਹ ਚਟਾਨਾਂ ਅਗਨੀ ਤੇ ਤੈਅਦਾਰ ਦਾ ਹੀ ਮਿਸ਼ਰਣ ਆ। ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਿਓ, ਜਿਹੜੀਆਂ ਮਤਲਬ ਰੂਪ ਬਦਲ ਕੇ ਬਣੀਆਂ ਹੋਈਆਂ ਨਾ, ਰੂਪ ਬਦਲਿਆ ਮਤਲਬ ਜਿਹੜੀਆਂ ਸਾਡੀਆਂ ਅਗਨੀ ਚਟਾਨਾਂ ਤੇ ਤੈਅਦਾਰ ਚਟਾਨਾਂ, ਇਗਨੀਅਸ ਤੇ ਸੈਂਡੀਮੈਂਟਰੀ ਰੌਕਸ ਜਿਹੜੀਆਂ ਵਾ, ਇਹਨਾਂ ਦਾ ਰੂਪ ਬਦਲ ਗਿਆ। ਜਦੋਂ ਰੂਪ ਬਦਲ ਗਿਆ ਤੇ ਉਹਨਾਂ ਨੂੰ ਹੀ ਅਸੀਂ ਰੂਪਾਂਤਰਿਤ ਚਟਾਨਾਂ ਮੈਟਾਮੋਰਫਿਕਸ ਦੇ ਨਾਮ ਨਾਲ ਜਾਣਦੇ ਹਾਂ। ਕਲੀਅਰ ਹੋ ਗਿਆ ਇੱਥੋਂ ਤੱਕ? ਹੁਣ ਜਦੋਂ ਅਸੀਂ ਰੂਪਾਂਤਰਿਤ ਚਟਾਨਾਂ ਦੀ ਗੱਲ ਕਰਦੇ ਹਾਂ ਮੈਟਾਮੋਰਫਿਕਸ ਦੀ, ਤਾਂ ਇਹ ਵੀ ਅੱਗੋਂ ਦੋ ਕਿਸਮਾਂ ਦੇ ਵਿੱਚ ਵੰਡੀਆਂ ਜਾਂਦੀਆਂ। ਕਿਹੜੀਆਂ ਕਿਹੜੀਆਂ? ਇੱਕ ਤਾਂ ਸਾਡਾ ਤਾਪੀ ਰੂਪਾਂਤਰਣ ਤੇ ਦੂਜਾ ਜੀ ਸਾਡਾ ਖੇਤਰੀ ਰੂਪਾਂਤਰਣ। ਹੁਣ ਹੈ ਕੀ ਤਾਪੀ ਰੂਪਾਂਤਰਣ ਦਾ ਮਤਲਬ ਹੈ ਜਦੋਂ ਮੈਗਮਾ ਦਰਾਰਾਂ ਨਾਲੀਆਂ ਦੇ ਵਿੱਚ ਜਿਹੜਾ ਵਾ ਰਾਹੀਂ ਆਉਂਦਾ, ਦਰਾੜਾਂ ਪੈ ਜਾਂਦੀਆਂ, ਦਰਾੜਾਂ ਨਾਲੀਆਂ ਦੇ ਵਿੱਚ ਜਦੋਂ ਹੁੰਦਾ ਰੂਪਾਂਤਰਣ, ਉਹਨੂੰ ਅਸੀਂ ਤਾਪੀ ਰੂਪਾਂਤਰਣ ਕਹਿੰਦੇ ਆ। ਖੇਤਰੀ ਰੂਪਾਂਤਰਣ ਮਤਲਬ ਜਦੋਂ ਬਹੁਤ ਕਿਸੇ ਵੱਡੇ ਖੇਤਰ ਤੇ ਬਦਲਾਵ ਆਉਂਦਾ, ਉਹਨੂੰ ਅਸੀਂ ਖੇਤਰੀ ਰੂਪਾਂਤਰਣ ਕਹਿੰਦੇ ਆ। ਕਲੀਅਰ ਜੀ? ਬਸ ਚਟਾਨਾਂ ਵਾਲਾ ਕਨਸੈਪਟ ਵੀ ਜਿਹੜਾ ਜੀ ਸਾਡਾ ਉਹ ਹੋ ਗਿਆ ਕਲੀਅਰ। ਤਾਂ ਬਹੁਤ ਵਧੀਆ ਜੀ। ਠੀਕ ਆ, ਲਾਈਵ ਚੈਟ ਜਿਹੜੀ ਆ ਉਹ ਰੁਕਣੀ ਨਹੀਂ ਚਾਹੀਦੀ। ਲੈ ਬਈ, ਆ ਤੇ ਬਹੁਤ ਵਧੀਆ ਗੱਲ ਆ, ਆਪਾਂ ਤੀਜੇ ਚੈਪਟਰ ਤੇ ਵੀ ਪਹੁੰਚ ਗਏ। ਤਾਂ ਆ ਹੁੰਦੀ ਆ ਨਾ ਬਈ ਬੈਸਟ ਤਿਆਰੀ, NCERT ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤੀ ਹੋਈ ਆ। ਠੀਕ ਹੈ, ਨਹੀਂ ਤੇ ਪੜ੍ਹੀ ਜਾਓ ਹਿੰਦੀ। ਆਨਲਾਈਨ NCERT ਵਾਧੂ ਪਈ ਆ, ਹਨਾ, ਜਿਨ੍ਹਾਂ ਨੂੰ 1000 ਰੁਪਇਆ ਜ਼ਿਆਦਾ ਲੱਗਦਾ। ਆਪਾਂ ਕਿਸੇ ਨੂੰ ਫੋਰਸ ਨਹੀਂ ਕਰਦੇ। ਠੀਕ ਹੈ ਜੀ, ਤੇ ਸਾਡੀ ਤੀਜਾ ਚੈਪਟਰ ਹੈਗਾ ਜੀ ਸਾਡੀ ਬਦਲਦੀ ਧਰਤੀ। 7ਵੀਂ ਕਲਾਸ ਦੀ ਜਿਓਗ੍ਰਾਫੀ ਆਪਾਂ ਕਰਦੇ ਪਏ। ਭੂਚਾਲ ਕਿਉਂ ਆਉਂਦੇ ਆ? ਲਓ ਬਈ ਸੁਣ ਲਓ, ਭੂਚਾਲ ਕਿਉਂ ਆਉਂਦੇ ਆ? ਭੂਚਾਲ ਧਰਤੀ ਦੇ ਅੰਦਰੂਨੀ ਭਾਗ ਨਾਲ ਸੰਬੰਧਿਤ ਹਨ। ਭੂਚਾਲ ਦੀ ਅੰਦਰੂਨੀ ਬਲ ਕਰਕੇ, ਭੂਚਾਲ ਜਿਹੜੇ ਆ ਧਰਤੀ ਦੀ ਅੰਦਰੂਨੀ ਹਲਚਲ ਜਾਂ ਬਲ ਕਰਕੇ ਆਉਂਦੇ ਆ। ਐਂਡੋਜੈਨਿਕ ਕਰਕੇ ਹੀ ਭੂਚਾਲ ਆਉਂਦੇ ਆ। ਐਂਡੋਜੈਨਿਕ ਕੀ ਆ? ਅੱਗੇ ਆਪਾਂ ਗੱਲ ਕਰਦੇ ਆ। ਸਾਡੀ ਬਦਲਦੀ ਧਰਤੀ, ਸਾਡੀ ਬਦਲਦੀ ਧਰਤੀ ਦਾ ਮਤਲਬ ਕੀ ਆ? ਵੇਖੋ ਧਿਆਨ ਦੇ ਨਾਲ। ਸਾਡੀ ਧਰਤੀ ਅੰਦਰ ਦੋ ਤਰ੍ਹਾਂ ਦੀਆਂ ਗਤੀਆਂ, ਇੱਕ ਤਾਂ ਐਂਡੋਜੈਨਿਕ ਫੋਰਸ, ਇੱਕ ਐਕਸਟ੍ਰੋਜੈਨਿਕ ਫੋਰਸ। ਐਂਡੋਜੈਨਿਕ ਫੋਰਸ ਦਾ ਮਤਲਬ ਕੀ ਆ? ਅੰਦਰਲੀ ਉਤਪਤੀ। ਜਿਹੜੀ ਸਾਡੀ ਐਕਸਟ੍ਰੋਜੈਨਿਕ ਫੋਰਸ ਆ, ਬਲ ਜਾਂ ਫੋਰਸ ਜੋ ਮਰਜ਼ੀ ਕਹਿ ਲਓ, ਉਹਦਾ ਮਤਲਬ ਆ ਬਾਹਰਲੀ ਉਤਪਤੀ। ਕਲੀਅਰ? ਅੱਗੇ ਚੱਲਦੇ ਆ। ਫੋਰਸ ਇਹ ਸਿਰਫ ਮੈਗਮਾ ਨਾਲ ਸੰਬੰਧਿਤ ਹਨ। ਧਰਤੀ ਅੰਦਰ ਹਰ ਸਮੇਂ ਕੋਈ ਨਾ ਕੋਈ ਹਲਚਲ ਹੁੰਦੀ ਰਹਿੰਦੀ ਹੈ। ਇਹ ਮੈਗਮਾ ਦੇ ਕਾਰਨ ਹੁੰਦੀ ਹੈ। ਮੈਗਮਾ ਕੀ ਆ? ਧਰਤੀ ਦੇ ਬਾਹਰ ਨਹੀਂ ਨਾ ਹੁੰਦਾ, ਅੰਦਰ ਹੀ ਠੰਡਾ ਹੁੰਦਾ ਨਾ। ਇਸ ਕਰਕੇ ਇਹਨਾਂ ਦਾ ਸੰਬੰਧ ਸਿਰਫ ਤੇ ਸਿਰਫ ਮੈਗਮਾ ਦੇ ਨਾਲ ਆ। ਕਹਿੰਦੇ ਮੈਗਮਾ ਇੱਕ ਕੀ ਆ? ਤਰਲ ਪਦਾਰਥ ਆ।
ਇਹ ਪਲੇਟਾਂ ਦੇ ਰੂਪ ਵਿੱਚ ਕੋਈ ਗਤੀ ਕਰਦਾ ਰਹਿੰਦਾ, ਪਲੇਟਾਂ ਦੇ ਵਿੱਚ ਕੋਈ ਨਾ ਕੋਈ ਗਤੀ ਕਰਦਾ ਰਹਿੰਦਾ। ਇਹ ਸਿਰਫ ਧਰਤੀ ਦੇ ਅੰਦਰ ਹੀ ਰਹਿੰਦਾ ਵਾ, ਕਦੀ ਵੀ ਬਾਹਰ ਨਹੀਂ ਆਉਂਦਾ। ਇਸ ਨੂੰ ਅੰਦਰੂਨੀ ਬਲ ਜਾਂ ਐਂਡੋਜੈਨਿਕ ਫੋਰਸ ਵੀ ਕਿਹਾ ਜਾਂਦਾ। ਇਹ ਮੈਗਮਾ ਦੀ ਹੀ ਐਕਟੀਵਿਟੀ ਹੁੰਦੀ ਹੈ, ਜਿਹੜਾ ਕਦੀ ਵੀ ਧਰਤੀ ਦੀ ਸਤ੍ਹਾ ਤੇ ਨਹੀਂ ਆਉਂਦਾ, ਅੰਦਰ ਇਹ ਪਲੇਟਾਂ ਦੇ ਰੂਪ ਵਿੱਚ ਜੰਮ ਜਾਂਦਾ। ਇਹੀ ਕਾਰਨ ਆ ਜੀ ਭੂਚਾਲ ਦਾ। ਇਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਕਿਵੇਂ? ਹੁਣ ਧਰਤੀ ਦੇ ਅੰਦਰ ਜਿਹੜਾ ਮੈਗਮਾ ਪਿਆ ਉਹਨੂੰ ਅਸੀਂ ਕਿੱਦਾਂ ਮਹਿਸੂਸ ਕਰਾਂਗੇ? ਬਿਲਕੁਲ ਕਰਾਂਗੇ। ਕਾਹਦੇ ਨਾਲ ਕਰਾਂਗੇ? ਇਹਨੂੰ ਅਸੀਂ ਭੂਚਾਲ ਦੇ ਨਾਲ, ਠੀਕ ਆ, ਭੂਚਾਲ ਦੇ ਨਾਲ ਮਹਿਸੂਸ ਕਰਾਂਗੇ। ਪਰਬਤ ਵੀ ਬਣ ਸਕਦੇ ਆ, ਜਵਾਲਾਮੁਖੀ ਵੀ ਆ ਸਕਦੇ ਆ, ਠੀਕ ਹੈ ਜੀ। ਏਦਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਧਰਤੀ ਦੇ ਅੰਦਰਲੇ ਮੈਗਮਾ ਨੂੰ, ਇਹਦੇ ਨਾਲ ਹੀ ਜਿਹੜਾ ਨੇ ਭੂਚਾਲ ਆਉਂਦੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਐਕਸਟ੍ਰੋਜੈਨਿਕ ਫੋਰਸ। ਜਿਹੜੀ ਸਾਡੀ ਐਕਸਟ੍ਰੋਜੈਨਿਕ ਫੋਰਸ ਮਤਲਬ ਬਾਹਰੀ ਉਤਪਤੀ, ਇਹ ਵੀ ਧਰਤੀ ਦੇ ਅੰਦਰ ਹੀ ਹੈਗਾ। ਇਹ ਵੀ ਧਰਤੀ ਦੇ ਅੰਦਰ ਆ। ਇਹ ਧਰਤੀ ਦੀ ਸਤ੍ਹਾ ਉੱਪਰ ਪਹੁੰਚ ਗਈ, ਮਤਲਬ ਕਿ ਜਿਹੜਾ ਅਸੀਂ ਪਹਿਲਾਂ ਐਂਡੋਜੈਨਿਕ ਫੋਰਸ ਦੀ ਗੱਲ ਕੀਤੀ, ਉਹ ਧਰਤੀ ਦੇ ਅੰਦਰ ਰਹਿ ਕੇ ਹੀ ਗਤੀ ਕਰਦਾ। ਪਰ ਜਦੋਂ ਅਸੀਂ ਐਕਸੋਜੈਨਿਕ ਫੋਰਸ ਦੀ ਗੱਲ ਕਰਦੇ ਹਾਂ, ਹੈਗਾ ਤਾਂ ਇਹ ਵੀ ਧਰਤੀ ਦੇ ਅੰਦਰੋਂ ਹੀ ਸ਼ੁਰੂ ਹੁੰਦਾ, ਪਰ ਇਹ ਧਰਤੀ ਦੀ ਸਤ੍ਹਾ ਤੇ ਪਹੁੰਚ ਜਾਂਦਾ। ਉਹ ਕਿਵੇਂ? ਜਿਵੇਂ ਨਦੀਆਂ ਵਿੱਚ ਵਹਿੰਦਾ ਹੋਇਆ ਪਾਣੀ, ਠੀਕ ਹੈ, ਜਿਵੇਂ ਨਦੀਆਂ ਦੇ ਵਿੱਚ ਵਹਿੰਦਾ ਹੋਇਆ ਪਾਣੀ, ਹਵਾ, ਸਮੁੰਦਰ ਦੀਆਂ ਉੱਚੀਆਂ ਉੱਚੀਆਂ ਤਰੰਗਾਂ ਤਾਂ ਉੱਠਦੀਆਂ, ਧਰਤੀ ਦੀ ਸਤ੍ਹਾ ਤੇ ਹੀ ਹੋ ਰਹੀ ਸਾਰੀ ਐਕਟੀਵਿਟੀ। ਇਹਨੂੰ ਅਸੀਂ ਐਕਸੋਜੈਨਿਕ ਫੋਰਸ ਦੇ ਨਾਮ ਨਾਲ ਜਾਣਦੇ ਹਾਂ। ਜੇਕਰ ਨਦੀਆਂ ਵਿੱਚ ਪਾਣੀ ਵਹਿ ਰਿਹਾ, ਹਵਾ ਚੱਲ ਰਹੀ ਬਹੁਤ ਤੇਜ਼, ਸਮੁੰਦਰ ਦੇ ਵਿੱਚ ਉੱਚੀਆਂ ਉੱਚੀਆਂ ਛੱਲਾਂ ਉੱਠ ਰਹੀਆਂ, ਇਹਦਾ ਮਤਲਬ ਇਹ ਵੀ ਐਕਸੋਜੈਨਿਕ ਫੋਰਸ ਜਿਹੜੀ ਆ ਉਹ ਧਰਤੀ ਦੀ ਸਤ੍ਹਾ ਤੇ ਆ ਗਈ ਆ, ਠੀਕ ਹੈ ਜੀ। ਹੋਰ ਕੀ ਐਗਜ਼ਾਮਪਲ ਇਹਦੀ ਲੈ ਸਕਦੇ ਆ? ਹਿਮ ਨਦੀਆਂ, ਵੱਡੇ ਵੱਡੇ ਗਲੇਸ਼ੀਅਰ, ਇਹਨਾਂ ਦੀ ਉਦਾਹਰਨ ਆ ਜੋ ਅਸੀਂ ਦੇਖ ਸਕਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਫਿਰ ਅੱਗੇ ਹੋਰ ਹੈਗਾ ਕਹਿੰਦੇ ਜੀ ਜਦੋਂ ਪਹਾੜਾਂ ਉੱਪਰ ਬਰਫ਼ ਜੰਮੀ ਹੁੰਦੀ ਹੈ, ਜਦੋਂ ਉਹ ਬਰਫ਼ ਪਿਘਲ ਕੇ ਕੋਈ ਨਾ ਕੋਈ ਰਸਤਾ ਫੜ ਲੈਂਦੀ ਆ। ਮੰਨ ਲਓ ਕੋਈ ਬਹੁਤ ਵੱਡਾ, ਆ ਮੇਰੇ ਸਿਰ ਤੇ ਪਹਾੜ ਆ, ਬਰਫ਼ ਜੰਮੀ ਆ, ਉਹ ਹੌਲੀ ਹੌਲੀ ਪਿਘਲ ਕੇ ਹੇਠਾਂ ਆ ਗਿਆ, ਕੋਈ ਰਸਤਾ ਫੜ ਲਿਆ, ਕਿਸੇ ਬੰਨੇ ਤਾਂ ਜਾਊਗਾ। ਜਦੋਂ ਉਹ ਆਪਣੇ ਨਾਲ ਹੋਰ ਵੀ ਮਟੀਰੀਅਲ ਲੈ ਕੇ ਆਉਂਦਾ ਗਿਆ, ਇੱਧਰੋਂ ਉੱਧਰੋਂ ਕੰਕਰ ਪੱਥਰ ਹੋਰ ਵੀ ਸਾਰਾ ਕੁਝ ਵਹਾ ਕੇ ਨਾਲ ਰਹਿ ਗਈ ਬਰਫ਼ ਪਿਘਲ ਕੇ, ਤਾਂ ਉਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਨਾ। ਇਹ ਕਾਰਨ ਆ, ਠੀਕ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਅਗਲੇ ਪੇਜ ਤੇ, ਤਾਂ ਇਹਨੂੰ ਵੀ ਆਪਾਂ ਕਰ ਲਈਏ ਜ਼ੂਮ। ਹੁਣ ਆ ਜਾਓ ਜੀ ਜਵਾਲਾਮੁਖੀ। ਜਵਾਲਾਮੁਖੀ ਕੀ ਆ? ਦੇਖੋ ਧਿਆਨ ਦੇ ਨਾਲ, ਕਹਿੰਦੇ ਇਸ ਵਿੱਚ ਕਈ ਪਲੇਟਾਂ ਹਨ, ਇਸ ਵਿੱਚ ਕਈ ਤਰਲ ਪਦਾਰਥ, ਕਈ ਪਲੇਟਾਂ। ਜਦੋਂ ਜਵਾਲਾਮੁਖੀ ਧਰਤੀ ਤੋਂ ਉੱਪਰ ਉੱਠਦਾ ਹੈ, ਜਦੋਂ ਧਰਤੀ ਤੋਂ ਬਾਹਰ ਆਉਣ ਲਈ ਆਪਣਾ ਰਸਤਾ ਫੜਦਾ, ਜਵਾਲਾਮੁਖੀ ਦੀ ਗੱਲ ਹੋ ਰਹੀ ਆ। ਬਾਹਰ ਆਉਣ ਦੇ ਲਈ ਜਦੋਂ ਇਹ ਕੋਈ ਰਸਤਾ ਫੜਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਜੀ? ਬੇਟ ਕਿਹਾ ਜਾਂਦਾ। ਮੈਂ ਬਹੁਤ ਜ਼ਿਆਦਾ ਬਾਰੀ ਬਾਰੀ ਕਹਿੰਦੀ ਹੁੰਦੀ ਆ ਵੀ ਮੇਰਾ ਕੰਟੈਂਟ ਜਿਹੜਾ ਵਾ ਇਗਨੋਰ ਨਾ ਕਰਿਓ। ਜੇਕਰ ਬੇਟ ਪੁੱਛ ਲਿਆ, ਬੇਟ ਸੰਬੰਧਿਤ ਹੈ ਜਵਾਲਾਮੁਖੀ ਨਾਲ, ਭੂਚਾਲ ਨਾਲ, ਸਮੁੰਦਰੀ ਤਰੰਗਾਂ ਨਾਲ, ਏਦਾਂ ਕੁਐਸਚਨ ਆਉਣਗੇ। ਸੋ ਬੇਟ ਕੀ ਆ? ਧਰਤੀ ਦੇ ਅੰਦਰ ਕਈ ਪਲੇਟਾਂ ਤੇ ਕਈ ਤਰ੍ਹਾਂ ਦੇ ਤਰਲ ਪਦਾਰਥ ਆ। ਜਦੋਂ ਜਵਾਲਾਮੁਖੀ ਧਰਤੀ ਤੋਂ ਉੱਪਰ ਉੱਠਦਾ ਵਾ, ਧਰਤੀ ਤੋਂ ਬਾਹਰ ਆਉਣ ਲਈ ਉਹ ਇੱਕ ਰਸਤਾ ਪਕੜ ਲੈਂਦਾ, ਉਹਨੂੰ ਅਸੀਂ ਬੇਟ ਕਹਿੰਦੇ ਆ। ਸਮਝ ਲੱਗ ਗਈ? ਸੋ ਬੇਟ ਦਾ ਸੰਬੰਧ ਕਿਹਦੇ ਨਾਲ ਆ? ਜਵਾਲਾਮੁਖੀ ਦੇ ਨਾਲ ਆ। ਯਾਦ ਰੱਖਣਾ, ਜਦੋਂ ਜਵਾਲਾਮੁਖੀ ਪੂਰੀ ਤਰ੍ਹਾਂ ਬਣ ਕੇ ਬਾਹਰ ਆਉਣ ਵਾਲਾ ਹੁੰਦਾ ਹੈ ਤਾਂ ਉਸ ਨੂੰ ਕ੍ਰੇਟਰ ਕਿਹਾ ਜਾਂਦਾ ਹੈ। ਸੋ ਅੱਜ ਦੇ ਇਹ ਦੋ ਸ਼ਬਦ ਜਿਹੜੇ ਆ ਹਾਈਲਾਈਟ ਕਰ ਲਓ। ਜੇਕਰ ਬੇਟ ਪੁੱਛਿਆ ਜਾਵੇ ਤਾਂ ਜਦੋਂ ਜਵਾਲਾਮੁਖੀ ਨੇ ਧਰਤੀ ਦੀ ਸਤ੍ਹਾ ਤੇ ਆ ਕੇ ਆਪਣਾ ਰਸਤਾ ਪਕੜ ਲਿਆ, ਵਹਿਣਾ ਸ਼ੁਰੂ ਕਰਤਾ, ਦੈਟ ਇਜ਼ ਬੇਟ। ਤੇ ਜਦੋਂ ਉਹ ਧਰਤੀ ਦੇ ਬਾਹਰ ਆ ਕੇ, ਮਤਲਬ ਬਾਹਰ ਆਉਣ ਵਾਲਾ ਹੁੰਦਾ, ਬਿਲਕੁਲ ਧਰਤੀ ਦੀ ਸਤ੍ਹਾ ਤੇ ਆ ਗਿਆ, ਮਤਲਬ ਪਹਿਲਾਂ ਰਸਤਾ ਫੜਿਆ, ਉਹ ਬੇਟ ਆ। ਜਦੋਂ ਧਰਤੀ ਦੀ ਸਤ੍ਹਾ ਤੇ ਆ ਗਿਆ, ਅਸੀਂ ਦੇਖ ਸਕਦੇ, ਉਹਨੂੰ ਅਸੀਂ ਕ੍ਰੇਟਰ ਕਹਿੰਦੇ ਆ। ਕਲੀਅਰ? ਹੁਣ ਨਹੀਂ ਭੁੱਲਣਾ ਚਾਹੀਦਾ, ਠੀਕ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਕੰਬਣ ਕਿਰਿਆਵਾਂ। ਕੰਬਣ ਕਿਰਿਆਵਾਂ ਕੀ ਹੁੰਦੀਆਂ ਜੀ? ਧਰਤੀ ਅੰਦਰ ਬਹੁਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਇਹ ਛੋਟੀਆਂ ਤੇ ਵੱਡੀਆਂ ਹੁੰਦੀਆਂ ਹਨ। ਜਦੋਂ ਇਹ ਬਹੁਤ ਜ਼ਿਆਦਾ ਹੋ ਜਾਣ ਤਾਂ ਭੂਚਾਲ ਆਉਂਦੇ ਹਨ। ਮਤਲਬ ਕਿ ਧਰਤੀ ਦੇ ਅੰਦਰ ਕੋਈ ਨਾ ਕੋਈ ਐਦਾਂ ਦੀ ਐਕਟੀਵਿਟੀ ਹੁੰਦੀ ਰਹਿੰਦੀ ਕੋਈ ਨਾ ਕੋਈ ਐਕਟੀਵਿਟੀ। ਪਲੇਟਾਂ ਇੱਧਰ ਉੱਧਰ ਟਕਰਾਉਂਦੀਆਂ ਰਹਿੰਦੀਆਂ ਮੈਗਮਾ ਦਾ ਕਾਰਨ, ਲਾਵਾ ਦੇ ਕਾਰਨ, ਠੀਕ ਆ। ਕਈ ਵਾਰੀ ਇਹ ਪਲੇਟਾਂ ਬਹੁਤ ਘੱਟ ਐਕਟੀਵਿਟੀ ਕਰਦੀਆਂ, ਕਈ ਵਾਰੀ ਬਹੁਤ ਵੱਡੇ ਲੈਵਲ ਤੇ ਐਕਟੀਵਿਟੀ ਹੁੰਦੀ ਹੈ, ਹਲਚਲ ਜਿਹੜੀ ਉਹ ਜ਼ਿਆਦਾ ਹੁੰਦੀ ਭਾਰੀ ਲੈਵਲ ਤੇ, ਉਦੋਂ ਹੀ ਤਾਂ ਫਿਰ ਕੀ ਹੁੰਦਾ? ਭੂਚਾਲ ਆਉਂਦੇ ਆ, ਜਿਹਨੂੰ ਅਸੀਂ ਕੰਬਣ ਕਿਰਿਆਵਾਂ ਵੀ ਕਹਿੰਦੇ ਆ, ਠੀਕ ਹੈ ਜੀ।
ਉਸ ਤੋਂ ਬਾਅਦ ਆ ਜਾਓ ਜੀ ਉਦਗਮ ਕੇਂਦਰ ਤੇ ਅਧਿਕੇਂਦਰ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਦਗਮ ਕੇਂਦਰ ਕੀ ਆ? ਉਹ ਕੇਂਦਰ ਜਿੱਥੇ ਭੂਚਾਲ ਦੀ ਸ਼ੁਰੂਆਤ ਹੋਈ। ਇਹ ਮੈਂ ਤੁਹਾਨੂੰ ਦੱਸਿਆ ਸੀ, ਮੈਨੂੰ ਪਤਾ ਮੇਰੇ ਪੁਰਾਣੇ ਸਟੂਡੈਂਟ ਨੂੰ ਇਹ ਪਤਾ, ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਪਰ ਫਿਰ ਵੀ ਮੈਂ ਕਰ ਦਿੰਦੀ ਆ। ਆਹ ਧਰਤੀ ਦਾ ਅੰਦਰਲਾ ਹਿੱਸਾ, ਇੱਥੋਂ ਭੂਚਾਲ ਸ਼ੁਰੂ ਹੋਇਆ। ਇਹ ਜੀ ਕੀ ਆ? ਇਹ ਉਦਗਮ ਕੇਂਦਰ ਹੈ ਜਿੱਥੋਂ ਭੂਚਾਲ ਦੀ ਸ਼ੁਰੂਆਤ ਹੋਈ। ਹੁਣ ਆਹ ਧਰਤੀ ਦੀ ਸਤ੍ਹਾ, ਆਹ ਧਰਤੀ ਦੀ ਸਤ੍ਹਾ, ਠੀਕ ਆ। ਹੁਣ ਇੱਥੋਂ ਭੂਚਾਲ ਸ਼ੁਰੂ ਹੋ ਕੇ ਕਿੱਥੇ ਪਹੁੰਚ ਗਿਆ? ਇੱਥੇ ਪਹੁੰਚ ਗਿਆ ਧਰਤੀ ਦੀ ਸਤ੍ਹਾ ਤੇ। ਆ ਕੀ ਹੋ ਜਾਊਗਾ? ਇਹ ਅਧਿਕੇਂਦਰ ਹੋ ਜਾਊਗਾ। ਸੋ ਭੂਚਾਲ ਜਿੱਥੇ ਜ਼ਿਆਦਾ ਨੁਕਸਾਨ ਕਰ ਰਿਹਾ, ਜਿੰਨੀ ਦੂਰ ਵੱਧਦੀ ਜਾਓ ਓਨਾ ਹੀ ਨੁਕਸਾਨ ਘੱਟ ਕਰੂ। ਜੇ ਅਧਿਗਮ ਕੇਂਦਰ ਧਰਤੀ ਉੱਪਰ ਰਹੇ ਤਾਂ ਬਹੁਤ ਨੁਕਸਾਨ ਹੁੰਦਾ। ਜਦੋਂ ਇੱਥੇ ਆ ਗਿਆ ਭੂਚਾਲ, ਉੱਥੋਂ ਉੱਠ ਕੇ ਆ ਅਧਿਗਮ ਕੇਂਦਰ ਆ ਸਾਰੇ ਆਸ-ਪਾਸ ਦੇ ਇਲਾਕਿਆਂ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਊਗਾ। ਠੀਕ ਹੈ ਜੀ। ਉਸ ਤੋਂ ਬਾਅਦ ਭੂਚਾਲ ਦੀਆਂ ਤਰੰਗਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹ ਪੀ, ਐਸ ਤੇ ਐਲ, ਇਹ ਭੂਚਾਲ ਦੀਆਂ ਤਰੰਗਾਂ ਜੀ। ਇਹ ਕੀ ਹੈ ਜੀ? ਭੂਚਾਲ ਦੀਆਂ ਤਰੰਗਾਂ। ਠੀਕ ਹੈ, 3 ਤਰ੍ਹਾਂ ਦੀਆਂ ਹੁੰਦੀਆਂ ਭੂਚਾਲ ਦੀਆਂ ਤਰੰਗਾਂ, ਐਸ ਤਰੰਗਾਂ, ਪੀ ਤਰੰਗਾਂ ਤੇ ਐਲ ਤਰੰਗਾਂ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇੰਪੋਰਟੈਂਟ ਜਾਣਕਾਰੀ ਆ ਭੂਚਾਲ ਦੇ ਬਾਰੇ ਪੁੱਛਿਆ ਜਾ ਸਕਦਾ। 26 ਜਨਵਰੀ 2001 ਨੂੰ ਗੁਜਰਾਤ ਦੇ ਵਿੱਚ ਭੂਚਾਲ ਆਇਆ ਸੀ ਤੇ ਬਹੁਤ ਵੱਡਾ ਭੂਚਾਲ ਆਇਆ ਸੀ। ਬਹੁਤ ਜ਼ਿਆਦਾ ਜਿਹੜਾ ਵਾ ਇਹ ਨੁਕਸਾਨ ਕਰਕੇ ਗਿਆ ਸੀ। ਠੀਕ ਹੈ ਜੀ। ਕਿੰਨੀ ਤੀਬਰਤਾ ਦੇ ਨਾਲ ਆਇਆ? 6.9 ਦੀ ਤੀਬਰਤਾ ਦੇ ਨਾਲ ਆਇਆ ਸੀ। ਠੀਕ ਹੈ ਜੀ। ਤੇ ਆਪਾਂ ਅੱਗੇ ਚੱਲਦੇ ਹਾਂ। ਭੂਚਾਲ ਨੂੰ ਮਾਪਣਾ, ਭੂਕੰਪ ਲੇਖੀ। ਭੂਕੰਪ ਲੇਖੀ ਜਿਹੜਾ ਵਾ ਇਹ ਭੂਚਾਲ ਨੂੰ ਮਾਪਣ ਵਾਲਾ ਯੰਤਰ ਆ। ਜੇਕਰ ਭੂਚਾਲ ਦੀ ਤੀਬਰਤਾ ਮਾਪਣੀ ਆ ਤਾਂ ਉਹ ਰਿਕਟਰ ਸਕੇਲ ਦੇ ਨਾਲ ਮਾਪੀ ਜਾਂਦੀ ਆ। 2.9 ਦੀ ਤੀਬਰਤਾ ਵਾਲਾ ਭੂਚਾਲ ਨੁਕਸਾਨ ਨਹੀਂ ਕਰਦਾ, ਇਹ ਘੱਟ ਆ। ਪਰ ਜੇਕਰ 5.0 ਆ ਤੇ ਤੀਬਰਤਾ ਨਾਲ ਭਾਰੀ ਵਸਤੂਆਂ ਡਿੱਗਦੀਆਂ ਵਾ, ਮਤਲਬ 5.0 ਦੀ ਤੀਬਰਤਾ ਵਾਲਾ ਨੁਕਸਾਨ ਆ ਭੂਚਾਲ ਆ ਤਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹੈਵੀ ਵਸਤੂਆਂ ਉਹ ਡਿੱਗ ਜਾਂਦੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ 6.0 ਦੀ ਤੀਬਰਤਾ। 2 ਪੁਆਇੰਟ ਕਿੰਨੀ ਸੀ? 1 ਮਿੰਟ। 2.9 ਦੀ ਤੀਬਰਤਾ ਕੋਈ ਨੁਕਸਾਨ ਨਹੀਂ ਕਰਦੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ। ਤੇ 5.0 ਜਿਹੜੀ 0 ਵਾਲੀ ਤੀਬਰਤਾ ਵਾ ਉਹ ਕੀ ਕਰਦੀ ਆ? ਉਹ ਜੀ ਜ਼ੂਮ ਕਰ ਲਈਏ 1 ਮਿੰਟ। 5.0 ਵਾਲੀ ਦੇ ਨਾਲ ਕੀ ਹੁੰਦਾ ਵਾ? ਸਿਰਫ ਭਾਰੀ ਵਸਤੂਆਂ ਡਿੱਗਦੀਆਂ, ਸਿਰਫ ਭਾਰੀ ਵਸਤੂਆਂ ਡਿੱਗਦੀਆਂ। 6 ਦੀ ਤੀਬਰਤਾ ਜਿਹੜਾ ਤੀਬਰਤਾ ਵਾਲਾ ਵਾ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਜਿਹੜਾ 7 ਤੱਕ ਆ ਉਹ ਤੇ ਫਿਰ ਬਹੁਤ ਜ਼ਿਆਦਾ ਹੱਦੋਂ ਵੱਧ ਨੁਕਸਾਨ ਕਰੂਗਾ ਨਾ। ਉਸ ਤੋਂ ਬਾਅਦ ਤੁਸੀਂ ਆ ਜਾਓ ਅਪਰਦਨ ਕਿਰਿਆ ਤੇ। ਅਪਰਦਨ ਕਿਰਿਆ ਕੀ ਆ ਰਾਜੇ? ਅਪਰਦਨ ਕਿਰਿਆ ਜਿਹੜੀ ਆ ਜਦੋਂ ਕੋਈ ਗਤੀ ਨਾਲ ਧਰਤੀ ਦਾ ਹਿੱਸਾ ਹੇਠਾਂ ਧੱਸ ਜਾਂਦਾ, ਕੋਈ ਐਕਟੀਵਿਟੀ ਹੋਈ, ਧਰਤੀ ਦਾ ਕੁਝ ਹਿੱਸਾ ਹੇਠਾਂ ਧੱਸ ਗਿਆ, ਉਹਨੂੰ ਅਸੀਂ ਅਪਰਦਨ ਕਿਰਿਆ ਕਹਿੰਦੇ ਆ। ਨਿਖੇਪਣ ਕਿਰਿਆ ਕੀ ਆ? ਜਦੋਂ ਕੋਈ ਗਤੀ ਨਾਲ ਧਰਤੀ ਦਾ ਹਿੱਸਾ ਉੱਪਰ ਉੱਠ ਗਿਆ, ਮਤਲਬ ਪਹਾੜ ਨਹੀਂ ਬਣਦੇ, ਏਦਾਂ ਹੀ ਬਣੇ ਆ ਪਹਾੜ ਪਰਬਤ, ਏਦਾਂ ਹੀ ਬਣੇ ਆ। ਕੋਈ ਗਤੀਵਿਧੀ ਹੋਈ ਤਾਂ ਧਰਤੀ ਦਾ ਕੁਝ ਹਿੱਸਾ ਉੱਪਰ ਉੱਠ ਗਿਆ, ਉਹਨੂੰ ਅਸੀਂ ਕੀ ਕਹਿੰਦੇ ਆ? ਉਹਨੂੰ ਅਸੀਂ ਨਿਖੇਪਣ ਕਿਰਿਆ ਕਹਿੰਦੇ ਆ। ਇਸ ਨਾਲ ਕੁਝ ਨਵਾਂ ਬਣਦਾ, ਇਹਦੇ ਨਾਲ ਕੁਝ ਨਵੀਂ ਯੂਨੀਕ ਚੀਜ਼ ਜਿਹੜੀ ਆ ਉਹ ਬਣ ਜਾਂਦੀ ਆ ਨਿਖੇਪਣ ਕਿਰਿਆ ਦੇ ਨਾਲ। ਠੀਕ ਆ। ਇਹ ਅਪਰਦਨ ਤੇ ਨਿਖੇਪਣ ਕਿਰਿਆ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨੂੰ ਵੀ ਜਿਹੜਾ ਰਾਜੇ ਤੁਸੀਂ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਤੁਸੀਂ ਆ ਜਾਓ ਜਲ ਪ੍ਰਭਾਤ। ਜਲ ਪ੍ਰਭਾਤ ਕੀ ਹੁੰਦੇ ਜੀ? ਜਦੋਂ ਪਹਾੜੀ ਉੱਪਰੋਂ ਪਾਣੀ ਤੇਜ਼ੀ ਨਾਲ ਡਿੱਗੇ ਤਾਂ ਹੇਠਾਂ ਜਲ ਪ੍ਰਭਾਤ ਬਣਦੇ ਆ। ਠੀਕ ਹੈ ਜੀ। ਬਹੁਤ ਉੱਚੀ ਥਾਂ ਤੋਂ ਪਾਣੀ ਹੇਠਾਂ ਡਿੱਗ ਰਿਹਾ ਬਹੁਤ ਜ਼ੋਰ ਦੇ ਨਾਲ ਤੇ ਉੱਥੇ ਕੀ ਬਣਦੇ ਆ? ਜਲ ਪ੍ਰਭਾਤ ਬਣਦੇ ਆ। ਸਭ ਤੋਂ ਉੱਚਾ ਜਲ ਪ੍ਰਭਾਤ ਕਿੱਥੇ ਆ ਜੀ? ਦੱਖਣੀ ਅਮਰੀਕਾ ਦੇ ਵਿੱਚ। ਉਸ ਜਲ ਪ੍ਰਭਾਤ ਦਾ ਨਾਮ ਕੀ ਆ? ਵੈਨਜ਼ੂਏਲਾ ਜਲ ਪ੍ਰਭਾਤ। ਉੱਤਰੀ ਅਮਰੀਕਾ ਦੇ ਵਿੱਚ, ਕੈਨੇਡਾ ਤੇ USA ਦੇ ਵਿੱਚ ਨਿਆਗਰਾ ਜਲ ਪ੍ਰਭਾਤ ਕਿਹਨੇ ਦੇਖਿਆ? ਮੈਂ ਅੱਗੇ ਵੀ ਦੱਸਿਆ ਸੀ ਕਿ ਥੋੜੇ ਦਿਨ ਹੋਏ ਵੀਡੀਓ ਆਈ ਸੀ, ਨਿਆਗਰਾ ਦੇ ਵਿੱਚ ਇੱਕ ਆਪਣੇ ਪੰਜਾਬੀ ਮੁੰਡੇ ਨੇ ਸੁਸਾਈਡ ਕਰ ਲਿਆ ਸੀ ਛਾਲ ਮਾਰ ਕੇ। ਠੀਕ ਆ। ਇਹ ਤਾਂ ਇੰਸਟਾਗ੍ਰਾਮ ਤੇ ਬਹੁਤ ਆਉਂਦਾ ਨਿਆਗਰਾ ਜਲ ਪ੍ਰਭਾਤ। ਠੀਕ ਆ। ਦੱਖਣੀ ਅਮਰੀਕਾ ਦੇ ਵਿੱਚ ਵੈਨਜ਼ੂਏਲਾ, ਕੈਨੇਡਾ USA ਦਾ ਇਹ ਸਾਂਝਾ ਵਾ। ਉੱਤਰੀ ਅਮਰੀਕਾ ਮਹਾਂਦੀਪ ਦਾ ਸਾਂਝਾ ਜਲ ਪ੍ਰਭਾਤ ਜੋ ਕਿ ਕੈਨੇਡਾ ਤੇ USA ਦੇ ਵਿੱਚ ਪੈਂਦਾ, ਨਿਆਗਰਾ ਜਲ ਪ੍ਰਭਾਤ। ਠੀਕ ਹੈ ਜੀ। ਅਫਰੀਕਾ ਦੇ ਵਿੱਚ ਜ਼ਿੰਬਾਬਵੇ ਕੰਟਰੀ, ਅਫਰੀਕਾ ਮਹਾਂਦੀਪ ਦੀ,
ਉਹਦੀ ਸੀਮਾ ਤੇ ਵਿਕਟੋਰੀਆ ਜਲ ਪ੍ਰਭਾਤ ਆ। ਠੀਕ ਹੈ, ਇਹ 3 ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨੂੰ ਧਿਆਨ ਦੇ ਵਿੱਚ ਰੱਖਿਓ। NCERT ਦਾ ਡਾਟਾ ਬਈ ਕੋਈ ਮਾੜਾ ਮੋਟਾ ਡਾਟਾ ਨਹੀਂ, ਲਾਈਵ ਚੈਟ ਰੁਕਣੀ ਨਹੀਂ ਚਾਹੀਦੀ। ਠੀਕ ਆ, ਨਦੀਆਂ ਮੋੜਦਾਰ ਰੂਪ ਵਿੱਚ ਵਹਿੰਦੀਆਂ ਨੇ, ਇਹਨਾਂ ਨੂੰ ਵੀ ਸਰਪ ਕਹਿੰਦੇ ਆ। ਠੀਕ ਆ, ਆਹ ਵਾਲੀ ਚੀਜ਼ ਜਿਹੜੀ ਨਦੀਆਂ ਇੰਜ ਜਦੋਂ ਵਹਿੰਦੀਆਂ, ਇਹਨੂੰ ਅਸੀਂ ਵਸਰਪ ਦੇ ਨਾਮ ਨਾਲ ਜਾਣਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਆ, ਚਾਪ ਝੀਲ ਕੀ ਹੁੰਦੀ ਆ? ਚਾਪ ਝੀਲ ਕੀ ਹੁੰਦੀ ਜੀ? ਵੇਖੋ ਜੀ, ਜਦੋਂ ਅਸੀਂ ਚਾਪ ਝੀਲ ਦੀ ਗੱਲ ਕਰਦੇ ਆ, ਜਦੋਂ ਨਦੀ ਦਾ ਪਾਣੀ ਆਪਣੀ ਸਥਿਤੀ ਤੋਂ ਬਾਹਰ ਹੋ ਜਾਵੇ, ਪਾਣੀ ਹੋਰ ਹਿੱਸੇ ਵਿੱਚ ਵਹਿਣ ਲੱਗੇ, ਤਾਂ ਝੀਲਾਂ ਦਾ ਨਿਰਮਾਣ ਹੁੰਦਾ ਹੈ। ਜਿਵੇਂ ਅੱਛਾ, ਮੈਂ ਵੀ ਤੁਹਾਨੂੰ ਸਮਝਣੀ, ਚਾਪ ਝੀਲ ਕੀ ਹੁੰਦੀ ਆ? ਮੰਨ ਲਓ ਆਹ ਵਾਲਾ, 1 ਮਿੰਟ, ਠੀਕ ਹੈ, ਆ ਇੰਨੇ ਹਿੱਸੇ ਦੇ ਵਿੱਚ ਜਿਹੜੀ ਆ ਕੋਈ ਨਦੀ ਵਹਿ ਰਹੀ ਹੈ, ਇੰਨੇ ਹਿੱਸੇ ਦੇ ਵਿੱਚ ਕੋਈ ਐਦਾਂ ਦੀ ਸਥਿਤੀ ਬਣੀ ਵੀ ਨਦੀ ਦਾ ਪਾਣੀ ਕੰਟਰੋਲ ਤੋਂ ਬਾਹਰ ਹੋ ਗਿਆ, ਤਾਂ ਉਹ ਪਾਣੀ ਇੱਧਰ ਆਉਣ ਲੱਗ ਗਿਆ, ਬਾਹਰ ਹੋ ਗਿਆ, ਨਦੀ ਦਾ ਪਾਣੀ ਬਾਹਰ ਹੋ ਗਿਆ ਇੱਦਾਂ ਕਰਕੇ। ਠੀਕ ਆ, ਤਾਂ ਉਦੋਂ ਕੀ ਹੁੰਦਾ ਜੀ? ਝੀਲਾਂ ਦਾ ਨਿਰਮਾਣ ਹੁੰਦਾ। ਉਦੋਂ ਕੀ ਹੁੰਦਾ? ਝੀਲਾਂ ਦਾ ਨਿਰਮਾਣ ਹੁੰਦਾ। ਇਹਨਾਂ ਨੂੰ ਅਸੀਂ ਕਹਿ ਦਿੰਦੇ ਆ ਚਾਪ ਝੀਲਾਂ। ਠੀਕ ਹੈ, ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ? ਚਾਪ ਝੀਲਾਂ। ਹੁਣ ਇਹਦੀ ਉਦਾਹਰਨ ਕੀ ਆ? ਉੱਤਰੀ ਭਾਰਤ ਦੇ ਮੈਦਾਨ ਤੇ ਗੰਗਾ ਦੇ ਮੈਦਾਨ ਤੇ ਬ੍ਰਹਮਪੁੱਤਰ ਦੇ ਮੈਦਾਨ ਇਸੇ ਕਿਰਿਆ ਦੇ ਨਾਲ ਬਣੇ ਆ। ਉਹ ਕਿੱਦਾਂ ਬਣੇ ਆ? ਚਾਪ ਝੀਲਾਂ ਦੇ ਨਾਲ ਬਣੇ। ਚਾਪ ਝੀਲਾਂ ਕੀ ਹੁੰਦੀਆਂ ਵਾ? ਜਦੋਂ ਨਦੀ ਦਾ ਪਾਣੀ ਆਪਣੀ ਸਥਿਤੀ ਤੋਂ ਬਾਹਰ ਹੋ ਜਾਂਦਾ, ਉਹਨਾਂ ਨੂੰ ਅਸੀਂ ਚਾਪ ਝੀਲਾਂ ਕਹਿੰਦੇ ਆ। ਜਿਹੜੇ ਸਾਡੇ ਉੱਤਰੀ ਭਾਰਤ ਦੇ ਮੈਦਾਨ ਆ, ਗੰਗਾ ਦੇ ਮੈਦਾਨ ਆ, ਗੰਗਾ ਦੇ ਮੈਦਾਨਾਂ ਵਿੱਚ ਹੀ ਤਾਂ ਸਾਡਾ ਪੰਜਾਬ ਵੀ ਆਉਂਦਾ। ਬ੍ਰਹਮਪੁੱਤਰ ਦੇ ਮੈਦਾਨ ਇਹ ਇਸੇ ਕਿਰਿਆ ਦੇ ਨਾਲ ਬਣੇ ਆ। ਠੀਕ ਹੈ ਜੀ, ਨਦੀ ਜਦੋਂ ਵਹਿੰਦੀ ਹੈ ਤਾਂ ਪਿੱਛੇ ਆਪਣਾ ਮਲਬਾ ਛੱਡ ਜਾਂਦੀ ਆ। ਠੀਕ ਹੈ, ਇਹਨਾਂ ਨੂੰ ਅਸੀਂ ਆ ਕੀ ਲਿਖਿਆ? ਛੱਡ ਦੋ ਤੁਸੀਂ। ਠੀਕ ਹੈ, ਇਹਨੂੰ ਛੱਡ ਦੋ। ਉਸ ਤੋਂ ਬਾਅਦ ਤੁਸੀਂ ਆ ਜਾਓ, ਬੰਗਾਲ ਦੀ ਖਾੜੀ ਵਿੱਚ ਨਦੀਆਂ ਡਿੱਗਦੀਆਂ ਹਨ, ਉਹ ਡੈਲਟੇ ਬਣਾਉਂਦੀਆਂ। ਠੀਕ ਹੈ, ਨਦੀਆਂ ਵਾਲਾ, ਅੱਛਾ, ਨਦੀਆਂ ਵਾਲੀ ਕਲਾਸ ਮੇਰੀ ਜ਼ਰੂਰ ਦੇਖ ਕੇ ਜਾਇਓ ਬਈ, ਜਿਨ੍ਹਾਂ ਨੇ ਨਹੀਂ ਦੇਖੀ ਡਿਟੇਲ ਦੇ ਨਾਲ ਕਰਵਾਇਆ ਨਦੀਆਂ ਵਾਲਾ ਕੰਸੈਪਟ। ਠੀਕ ਹੈ ਜੀ, ਜਿਹੜੀਆਂ ਬੰਗਾਲ ਦੀ ਖਾੜੀ ਵਿੱਚ ਨਦੀਆਂ ਡਿੱਗਦੀਆਂ, ਉਹ ਡੈਲਟੇ ਬਣਾਉਂਦੀਆਂ, ਤੇ ਅਰਬ ਸਾਗਰ ਵਿੱਚ ਡਿੱਗਣ ਵਾਲੀਆਂ ਨਦੀਆਂ ਕੀ ਬਣਾਉਂਦੀਆਂ? ਐਸਚਰੀ ਬਣਾਉਂਦੀਆਂ। ਠੀਕ ਹੈ, ਯਾਦ ਰੱਖਿਓ, ਬੰਗਾਲ ਦੀ ਖਾੜੀ ਵਿੱਚ ਡਿੱਗਣ ਵਾਲੀਆਂ ਡੈਲਟੇ ਹੀ ਬਣਾਉਣਗੀਆਂ, ਅਰਬ ਸਾਗਰ ਵਿੱਚ ਡਿੱਗਣ ਵਾਲੀਆਂ ਐਸਚਰੀ ਹੀ ਬਣਾਉਣਗੀਆਂ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਪੇਜ ਨੰਬਰ 13 ਤੇ, ਤਾਂ ਇਹ ਕਹਿੰਦਾ ਜੀ ਸਾਨੂੰ ਮੁਹਾਨਿਆਂ ਤੋਂ ਡੈਲਟਿਆਂ ਦਾ ਨਿਰਮਾਣ ਹੁੰਦਾ, ਕਿਉਂਕਿ ਜਿਹੜੀਆਂ ਅਰਬ ਸਾਗਰ ਵਿੱਚ ਨਦੀਆਂ ਡਿੱਗਣ ਸਮੇਂ ਨਾ ਇੱਕ ਮੁਹਾਨਿਆਂ ਦਾ ਨਿਰਮਾਣ ਕਰਦੀਆਂ। ਮੁਹਾਨਾ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਹੁੰਦਾ। 1 ਮਿੰਟ, ਮੈਂ ਥੋੜਾ ਜਿਹਾ ਜ਼ੂਮ ਕਰ ਲਾਂ ਇਸ ਚੀਜ਼ ਨੂੰ। ਆ ਦੇਖੋ ਜੀ, ਆ ਨਦੀ ਆ ਰਹੀ, ਇਹ ਉਹ 1 ਮਿੰਟ, ਆ ਨਦੀ ਆ ਰਹੀ, ਆ ਬਣ ਗਿਆ ਨਾ ਮੁਹਾਨਾ ਨਦੀ ਦਾ, ਇਹਨਾਂ ਤੋਂ ਅੱਗੇ ਡੈਲਟਿਆਂ ਦਾ ਨਿਰਮਾਣ ਹੁੰਦਾ। ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਕਹਿੰਦੇ ਜਦੋਂ ਪਾਣੀ ਟਕਰਾਉਂਦਾ ਹੈ ਤਾਂ ਹੋਲ ਬਣਦੀ ਹੈ। ਪਾਣੀ ਕਿਤੇ ਚੀਜ਼ ਤੇ ਟਕਰਾਊਗਾ, ਏਦਾਂ ਡਿੱਗੂਗਾ, ਉਹ ਤਾਂ ਸਾਡੇ ਐਗਜ਼ਾਮਪਲ ਦੇਖ ਲਿਓ, ਕਿਤੇ ਟੈਬ ਚੱਲਦੀ ਹੋਵੇ, ਸਿੱਧੀ ਟੈਬ ਛੱਡ ਦਿਓ ਥੱਲੇ ਮਿੱਟੀ 'ਚ, ਤਾਂ ਉਹ ਗੋਲ ਜੀ ਹੋਲ ਬਣ ਜਾਂਦੀ ਆ। ਇਹ ਸਮੁੰਦਰੀ, ਇਹਨੂੰ ਅਸੀਂ ਸਮੁੰਦਰੀ ਗੁਫਾ ਕਹਿੰਦੇ ਆ। ਇਹ ਹੋਲ ਹੌਲੀ ਹੌਲੀ ਵੱਡੀ ਹੋ ਜਾਂਦੀ ਆ, ਇਸ ਨੂੰ ਤੱਟੀ ਮਹਿਰਾਬ ਕਹਿੰਦੇ ਆ। ਮੈਂ ਐਗਜ਼ਾਮਪਲ ਦੇ ਨਾਲ ਬਹੁਤ ਆਸਾਨੀ ਦੇ ਨਾਲ ਸਮਝਾ ਰਹੀ ਹਾਂ। ਨਦੀ ਦਾ ਪਾਣੀ ਜਦੋਂ ਕਿਤੇ ਨਾ ਕਿਤੇ ਡਿੱਗਿਆ, ਕਿਤੇ ਨਾ ਕਿਤੇ ਟਕਰਾਇਆ, ਨਿੱਕੀ ਜੀ ਹੋਲ ਬਣ ਗਈ, ਹੌਲੀ ਹੌਲੀ ਉਹ ਹੋਲ ਜਿਹੜੀ ਵੱਡੀ ਹੁੰਦੀ ਜਾਂਦੀ, ਜਿਹਨੂੰ ਅਸੀਂ ਸਮੁੰਦਰੀ ਗੁਫਾ ਕਹਿੰਦੇ ਆ, ਤਾਂ ਇਹ ਜਦੋਂ ਜ਼ਿਆਦਾ ਵੱਡਾ ਰੂਪ ਧਾਰਨ ਕਰ ਲੈਂਦੀ, ਉਹਨੂੰ ਅਸੀਂ ਤੱਟੀ ਮਹਿਰਾਬ ਦੇ ਨਾਮ ਨਾਲ ਜਾਣਦੇ ਆ। ਇੱਕ ਇੱਕ ਸ਼ਬਦ ਜਿਹੜਾ ਵਾ ਉਹ NCERT ਦਾ, ਬਈ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਉਸ ਤੋਂ ਬਾਅਦ ਅਗਲਾ ਆ ਗਿਆ, ਫਿਰ ਜ਼ਿਆਦਾ ਪਾਣੀ ਟਕਰਾਉਣ ਨਾਲ ਅੰਦਰਲੇ ਹਿੱਸੇ ਬਿਲਕੁਲ ਟੁੱਟ ਜਾਂਦੇ ਆ, ਸਿਰਫ ਛੱਤ ਹੀ ਰਹਿ ਜਾਂਦੀ ਹੈ। ਇਸ ਨੂੰ ਸਟੈਕ ਕਿਹਾ ਜਾਂਦਾ। ਠੀਕ ਹੈ, ਇਹਨੂੰ ਕੀ ਕਿਹਾ ਜਾਂਦਾ? ਸਟੈਕ ਕਿਹਾ ਜਾਂਦਾ। ਮਤਲਬ ਇਹ ਧਿਆਨ ਦੇ ਨਾਲ ਸਮਝਿਓ, ਜਿਹੜੀ ਇੱਕ ਹੋਲ ਬਣੀ, ਠੀਕ ਆ, ਤੇ ਹੌਲੀ ਹੌਲੀ ਹੋਲ ਜਿਹੜੀ ਆ ਵੱਡਾ ਰੂਪ ਧਾਰਨ ਕਰਦੀ ਗਈ, ਕਰਦੀ ਗਈ, ਤੇ ਏਦਾਂ ਜਿਹੜਾ ਕੀ ਹੋਇਆ, ਏਦਾਂ ਕਰਕੇ ਇੱਕ ਵੱਡੀ ਤੱਟੀ ਮਹਿਰਾਬ ਬਣ ਗਈ। ਜਦੋਂ ਤੱਟੀ ਮਹਿਰਾਬ ਬਣ ਗਈ ਤਾਂ ਅੰਦਰਲੇ ਪਾਸਿਓਂ ਜ਼ਿਆਦਾ ਪਾਣੀ ਜਿਹੜਾ ਵਾ ਉਹ ਟਕਰਾਉਣ ਲੱਗ ਜਾਂਦਾ, ਅੰਦਰਲਾ ਹਿੱਸਾ ਬਿਲਕੁਲ ਟੁੱਟ ਜਾਂਦਾ, ਤਾਂ ਇਹਦੀ ਬਾਹਰਲੀ ਕੰਡੀਸ਼ਨ ਜਿਹੜੀ ਉਹ ਏਦਾਂ ਖੜੀ ਰਹਿ ਜਾਂਦੀ ਆ। ਉਹਨੂੰ ਅਸੀਂ ਸਟੈਕ ਦੇ ਨਾਮ ਨਾਲ ਜਾਣਦੇ ਆ। ਕਲੀਅਰ ਜੀ?
ਕਲੀਅਰ, ਬਿਲਕੁਲ ਕਲੀਅਰ, ਠੀਕ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਜਲੋੜ ਮਿੱਟੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜਦੋਂ ਨਦੀਆਂ ਵਹਿੰਦੀਆਂ ਹਨ ਤਾਂ ਇਹ ਆਪਣੇ ਨਾਲ ਜਲੋੜ ਨੂੰ ਲੈ ਕੇ ਆਉਂਦੀਆਂ ਹਨ, ਫਿਰ ਇਸ ਤੋਂ ਮਿੱਟੀ ਬਣੀ, ਫਿਰ ਇਸ ਨੂੰ ਹੀ ਜਲੋੜ ਮਿੱਟੀ ਕਿਹਾ ਗਿਆ। ਜਲੋੜ ਮਿੱਟੀ ਬਣੀ ਹੀ ਨਦੀਆਂ ਦੇ ਵੇਸਟ ਮਟੀਰੀਅਲ ਤੋਂ ਆ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਇਹ ਸਾਡੇ ਪੰਜਾਬ ਦੀ ਵੀ ਇਹ ਬਹੁਤ ਜ਼ਿਆਦਾ ਉਪਜਾਊ ਮਿੱਟੀ ਆ। ਉਸ ਤੋਂ ਬਾਅਦ ਤੁਸੀਂ ਆ ਜਾਓ ਹਿਮ ਨਦੀ। ਹਿਮ ਨਦੀ ਕੀ ਹੈ ਜੀ? ਹਿਮ ਨਦੀ ਦੇ ਵਹਿਣ ਸਮੇਂ ਜੋ ਮਲਬਾ ਆਇਆ ਉਹਨੂੰ ਅਸੀਂ ਹਿਮੋੜ ਕਹਿੰਦੇ ਆ। ਕਿੰਨੇ ਸ਼ਬਦ ਕਰਵਾਏ ਬਈ ਅੱਜ, ਕਿੰਨੇ ਸ਼ਬਦ। ਹਿਮੋੜ ਕੀ ਆ? ਹਿਮ ਨਦੀਆਂ ਜਦੋਂ ਗਲੇਸ਼ੀਅਰ ਵਹਿੰਦੇ ਆ ਤਾਂ ਉਹਨਾਂ ਦੇ ਨਾਲ ਜਿਹੜਾ ਮਲਬਾ ਇਕੱਠਾ ਹੋ ਕੇ ਆਇਆ ਹੁੰਦਾ ਉਹਨਾਂ ਨੂੰ ਅਸੀਂ ਹਿਮੋੜ ਕਹਿੰਦੇ ਆ। ਕਿਉਂਕਿ ਹਿਮੋੜ ਕਿਉਂ ਕਵਾਂਗੇ? ਕਿਉਂਕਿ ਉਹ ਆਇਆ ਕਿਹਦੇ ਨਾਲ ਆ? ਹਿਮ ਨਦੀਆਂ ਦੇ ਨਾਲ ਆਇਆ, ਗਲੇਸ਼ੀਅਰਾਂ ਦੇ ਨਾਲ ਜਿਹੜਾ ਵਾ ਉਹ ਆਇਆ। ਉਸ ਤੋਂ ਬਾਅਦ ਤੁਸੀਂ ਭਾਲੂ ਟਿੱਬੇ ਤੇ ਆ ਜਾਓ। ਜਿਹੜਾ ਰਾਜੇ ਭਾਲੂ ਟਿੱਬਾ ਵਾ, ਜਦੋਂ ਰੇਤ ਉੱਠ ਕੇ ਹੋਰ ਥਾਂ ਤੇ ਇਕੱਠੀ ਹੋ ਜਾਂਦੀ ਆ, ਫਿਰ ਉਹ ਰੇਤ ਹਵਾ ਦੇ ਰੁਕਣ ਤੇ ਹੌਲੀ ਹੌਲੀ ਖਿਸਕਦੀ ਆ, ਫਿਰ ਇਸ ਤੋਂ ਨਿੱਕੀਆਂ ਨਿੱਕੀਆਂ ਪਹਾੜੀਆਂ ਬਣਦੀਆਂ। ਰੇਤਲੇ ਮੈਦਾਨਾਂ ਦੇ ਵਿੱਚ ਦੇਖ ਲਿਓ, ਰੇਤਾ ਖਿਸਕਦੀ ਰਹਿੰਦੀ ਆ, ਕਿਤੇ ਇੱਕ ਜਗ੍ਹਾ ਤੇ ਇਕੱਠੀ ਹੋਊਗੀ, ਐਦਾਂ ਐਦਾਂ ਜੇ ਬਣੀਆਂ ਹੁੰਦੀਆਂ ਨਾ, ਦੇਖਿਆ ਹੋਊਗਾ, ਉਹਨਾਂ ਨੂੰ ਅਸੀਂ ਕਹਿੰਦੇ ਆ, ਠੀਕ ਹੈ ਜੀ। ਤੇ ਇਹਨਾਂ ਤੋਂ ਫਿਰ ਨਿੱਕੀਆਂ ਨਿੱਕੀਆਂ ਪਹਾੜੀਆਂ ਬਣਦੀਆਂ। ਇਹ ਭਾਲੂ ਟਿੱਬਾ, ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ? ਭਾਲੂ ਟਿੱਬੇ ਕਹਿ ਦਿੰਦੇ ਆ। ਦੇਖਿਆ ਹੋਊਗਾ ਤੁਸੀਂ, ਕੋਈ ਰੇਗਿਸਤਾਨੀ ਇਲਾਕਾ ਐਦਾਂ ਐਦਾਂ ਜੇ ਬਣੀਆਂ ਹੁੰਦੀਆਂ ਨਾ, ਐਦਾਂ ਐਦਾਂ ਜੇ ਇੱਕ ਥਾਂ ਤੋਂ ਰੇਤ ਇਕੱਠੀ ਹੋ ਕੇ ਇੱਧਰ ਉੱਧਰ ਜਮਾ ਹੋ ਗਈ, ਠੀਕ ਆ, ਫਿਰ ਪਹਾੜੀਆਂ ਬਣਦੀਆਂ ਜਿਨ੍ਹਾਂ ਨੂੰ ਅਸੀਂ ਭਾਲੂ ਟਿੱਬਾ ਕਹਿੰਦੇ ਆ। ਕਹਿੰਦੇ ਇਹਨਾਂ ਦੇ ਕਣ ਬਹੁਤ ਹਲਕੇ ਹੁੰਦੇ ਆ, ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਦੇ ਨਾਲ ਇਹ ਚਲ ਜਾਂਦੇ ਆ, ਉਹਨਾਂ ਨੂੰ ਲੋਇਸ ਕਹਿੰਦੇ ਆ। ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਵੀ ਲੋਇਸ ਕੀ ਆ, ਜਿਹੜੇ ਸਾਡੇ ਰੇਤੀਲੇ ਇਲਾਕੇ ਆ, ਭਾਲੂ ਟਿੱਬੇ ਆ, ਭਾਲੂ ਟਿੱਬਿਆਂ ਦੇ ਵਿੱਚ ਜਿਹੜੀ ਰੇਤ ਆ, ਕਣ ਆ, ਉਹ ਬਹੁਤ ਬਰੀਕ ਹੁੰਦੇ, ਛੋਟੇ ਛੋਟੇ, ਉਹਨਾਂ ਨੂੰ ਅਸੀਂ ਲੋਇਸ ਦੇ ਨਾਮ ਨਾਲ ਜਾਣਦੇ ਆ, ਠੀਕ ਆ। ਤਾਂ ਅੱਗੇ ਚੀਨ ਦਾ ਬਹੁਤ ਹੀ ਵਿਸ਼ਾਲ, ਚੀਨ ਦੇ ਵਿੱਚ ਕਹਿੰਦੇ ਬਹੁਤ ਹੀ ਵਿਸ਼ਾਲ ਲੋਇਸ ਜਿਹੜੇ ਆ ਉਹ ਪਾਏ ਜਾਂਦੇ ਆ, ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜੀ। ਉਸ ਤੋਂ ਬਾਅਦ ਆਪਾਂ ਜਾਂਦੇ ਆ ਜੀ, ਅੱਛਾ ਬਈ, ਲੈ ਬਈ, ਆਪਾਂ ਤੇ ਆ ਗਏ ਚੌਥੇ ਚੈਪਟਰ ਤੇ, ਕਮਾਲ ਹੋਈ ਪਈ ਆ, ਠੀਕ ਹੈ ਜੀ। ਚੌਥਾ ਚੈਪਟਰ ਆਪਾਂ ਕਰ ਲੈਂਦੇ ਆ ਕਵਰ। ਚੌਥਾ ਚੈਪਟਰ ਆ ਗਿਆ ਜੀ ਸਾਡੀਆਂ ਵਾਯੂਮੰਡਲ ਦੀਆਂ ਪਰਤਾਂ। ਆਪਾਂ ਅਗਨੀ ਪਹਿਲਾਂ ਆਪਾਂ ਧਰਤੀ ਦੀਆਂ ਪਰਤਾਂ ਪੜ੍ਹੀਆਂ, ਹੁਣ ਆਪਾਂ ਵਾਯੂਮੰਡਲ ਦੀਆਂ ਪਰਤਾਂ ਤੇ ਆ ਗਏ। ਵੇਖੋ ਜੀ, ਵਾਯੂਮੰਡਲ ਜਿਹੜਾ ਵਾ, ਪਤਾ ਆ ਤੁਹਾਨੂੰ ਡਿਟੇਲ ਦੇ ਨਾਲ, ਤਾਂ ਆਪਾਂ ਪਹਿਲਾਂ ਕੀਤਾ, ਜਸਟ ਆਪਾਂ ਰਿਵੀਜ਼ਨ ਕਰ ਰਹੇ ਹਾਂ। ਧਰਤੀ ਦੇ ਆਲੇ ਦੁਆਲੇ ਹਵਾ ਦਾ ਇੱਕ ਗਿਲਾਫ ਆ, ਇਸ ਨੂੰ ਵਾਯੂਮੰਡਲ ਆਖਦੇ ਹਨ। ਇਹ ਗਿਲਾਫ 1600 ਕਿਲੋਮੀਟਰ ਦੀ ਉਚਾਈ ਤੇ ਆ, ਪਰ 99% ਹਵਾ 32 ਕਿਲੋਮੀਟਰ ਦੇ ਘੇਰੇ ਵਿੱਚ ਪਾਈ ਜਾਂਦੀ। ਪੁਆਇੰਟ ਵੈਰੀ ਵੈਰੀ ਇੰਪੋਰਟੈਂਟ, ਕਿੰਨੇ ਪਰਸੈਂਟ ਹਵਾ ਕਿੰਨੇ ਕਿਲੋਮੀਟਰ ਦੇ ਘੇਰੇ ਤੇ ਪਾਈ ਜਾਂਦੀ ਆ? 99% ਹਵਾ ਸਿਰਫ 32 ਕਿਲੋਮੀਟਰ ਦੇ ਘੇਰੇ ਤੇ ਪਾਈ ਜਾਂਦੀ ਆ ਵਾਯੂਮੰਡਲ ਦੇ ਵਿੱਚ। ਇਹ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਆ। ਧਰਤੀ ਦੀ ਸਤ੍ਹਾ ਉੱਤੇ ਇਹ ਜ਼ਮੀਨ, ਥਲ ਮੰਡਲ, ਪਾਣੀ, ਜਲ ਮੰਡਲ ਨਾਲ ਮਿਲ ਕੇ ਜੀਵ ਜੰਤੂ ਅਤੇ ਰੁੱਖਾਂ ਦੀ ਉਤਪਤੀ ਅਤੇ ਪਾਲਣ ਪੋਸ਼ਣ ਵੀ ਕਰਦੀ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਫਿਰ ਕਹਿੰਦੇ ਆ ਜੀ, ਵਾਯੂਮੰਡਲ ਵਿੱਚ ਹਵਾ ਅਤੇ ਜਲ ਵਾਸ਼ਪ ਅਤੇ ਧੂੜ ਕਣ ਹੁੰਦੇ ਹਨ। ਥੋੜਾ ਜਿਹਾ ਆਪਾਂ ਜ਼ੂਮ ਕਰ ਲਈਏ। ਕਹਿੰਦੇ ਜੀ, ਧੂੜ ਕਣ ਅਤੇ ਜਲ ਵਾਸ਼ਪ ਭਾਰ ਹੋਣ ਕਰਕੇ ਵਾਯੂਮੰਡਲ ਦੀਆਂ ਹੇਠਲੀਆਂ ਤਹਿਾਂ ਵਿੱਚ ਹੀ ਹੁੰਦੇ ਹਨ। ਹਵਾ ਗੈਸਾਂ ਦਾ ਮਿਸ਼ਰਣ ਹੈ। ਵਾਯੂਮੰਡਲ ਵਿੱਚ ਜਿਉਂ-ਜਿਉਂ ਉਚਾਈ ਵੱਲ ਜਾਈਏ ਤਾਂ ਗੈਸਾਂ ਦੀ ਘਣਤਾ ਘਟਦੀ ਜਾਂਦੀ ਆ। ਵਾਯੂਮੰਡਲ ਨਾਈਟ੍ਰੋਜਨ ਅਤੇ ਆਕਸੀਜਨ ਗੈਸਾਂ ਦੀ ਮਾਤਰਾ 99% ਪਾਈ ਜਾਂਦੀ ਆ। ਬਾਕੀ ਸਾਰੀਆਂ ਗੈਸਾਂ 1% ਤੋਂ ਵੀ ਘੱਟ ਆ। ਜ਼ਿਆਦਾਤਰ ਮਾਤਰਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਨਾਈਟ੍ਰੋਜਨ ਦੀ ਤਾਂ ਆਕਸੀਜਨ ਦੀ ਪਾਈ ਜਾਂਦੀ ਹੈ। ਮਾਤਰਾ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛੀ ਜਾਂਦੀ ਆ, ਠੀਕ ਆ। ਵਾਯੂਮੰਡਲ ਦੀ ਕਹਿੰਦੇ ਨਿਰੋਲ ਤੇ ਖੁਸ਼ਕ ਹਵਾ ਜਿਹੜੀ ਆ ਉਹ ਗੈਸਾਂ ਦੇ ਵਿੱਚ ਹੀ ਜਿਹੜੀ ਆ ਉਹ ਹੇਠਾਂ ਦੱਸੇ ਅਨੁਸਾਰ ਆ। ਮਤਲਬ ਜੇਕਰ ਆਪਾਂ ਗੱਲ ਕਰੀਏ ਆਪਣੀਆਂ ਮੇਨ ਗੈਸਾਂ, ਉਹ ਨਾਈਟ੍ਰੋਜਨ ਤੇ ਆਕਸੀਜਨ ਹੀ ਆ, ਤੇ ਬਾਕੀ ਕਹਿੰਦੇ 1% ਆ। ਪਰ ਇਹਨਾਂ ਦੀ ਮਾਤਰਾ ਜ਼ਰੂਰ ਆਪਾਂ ਪੜ੍ਹਨੀ ਆ। ਉਹ ਕਿੱਦਾਂ? ਵੇਖੋ ਜੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਨਾਈਟ੍ਰੋਜਨ ਤੇ ਆਕਸੀਜਨ ਦਾ ਕੁਐਸਚਨ ਸਾਡੇ ਪਿਛਲੇ ਪੀਐਸਟੈਟ ਦੇ ਪੇਪਰ ਵਿੱਚ ਪੁੱਛਿਆ ਜਾ ਚੁੱਕਾ ਵਾ, ਧਿਆਨ ਦੇ ਵਿੱਚ ਰੱਖਿਓ, ਠੀਕ ਹੈ ਜੀ। ਵੇਖੋ ਜੀ, ਨਾਈਟ੍ਰੋਜਨ ਜਿਹੜਾ ਵਾ ਉਹ 78, ਸਭ ਤੋਂ ਜ਼ਿਆਦਾ ਮਾਤਰਾ ਜੇਕਰ ਕਿਸੇ ਗੈਸ ਦੀ ਪੁੱਛੀ ਗਈ ਆ ਤਾਂ ਉਹ ਹੈਗੀ ਆ ਜੀ ਨਾਈਟ੍ਰੋਜਨ। 78% ਇਹਦੀ ਮਾਤਰਾ ਵਾਯੂਮੰਡਲ ਦੇ ਵਿੱਚ ਪਾਈ ਜਾਂਦੀ ਆ। ਆਕਸੀਜਨ ਦੀ ਗੱਲ ਕਰੀਏ ਤਾਂ 20.99%। ਕਈਆਂ ਕਿਤਾਬਾਂ ਤੇ ਮਤਲਬ ਇਹ
ਵੀ 21% ਤੋਂ ਸਿਰਫ ਥੋੜਾ ਜਿਹਾ ਪੁਆਇੰਟ ਘੱਟ ਆ। ਇਸ ਕਰਕੇ ਕਿਤੇ ਕਿਤੇ ਤੁਹਾਨੂੰ 20.99% ਵੀ ਲਿਖਿਆ ਹੋਊਗਾ ਜਾਂ ਓਵਰਆਲ 21% ਵੀ ਲਿਖਿਆ ਹੋਊਗਾ। ਸੋ ਮੈਂ ਪੰਜਾਬ ਬੋਰਡ ਵਾਲਾ ਵੀ ਦੱਸਤਾ ਤੇ NCERT ਵਾਲਾ ਵੀ ਦੱਸਤਾ, ਦੋਨੋਂ ਤਰ੍ਹਾਂ ਯਾਦ ਰੱਖਿਓ। ਆਰਗਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਕਈਆਂ ਕਿਤਾਬਾਂ ਤੇ ਸਾਨੂੰ ਜੇਕਰ ਅਸੀਂ NCERT ਦੀ ਗੱਲ ਕਰੀਏ ਤਾਂ ਸਾਨੂੰ 0.94% ਮਿਲਦੀ ਆ। ਪੰਜਾਬ ਬੋਰਡ ਦੀ ਗੱਲ ਕਰੀਏ ਤਾਂ 0.98% ਮਿਲਦੀ ਆ। ਠੀਕ ਹੈ ਜੀ। ਸੋ ਤੁਸੀਂ ਆਪ ਦੇਖ ਲਓ, ਪਤਾ ਲੱਗ ਗਿਆ ਹੋਊਗਾ ਵੀ ਇਹ ਨਿਚੋੜ ਹੈਗਾ ਜਾਂ ਨਹੀਂ ਹੈਗਾ। ਸੋ ਆਪਾਂ ਗੱਲਾਂ ਨਹੀਂ ਕਰਦੇ ਹੁੰਦੇ, ਆਪਾਂ ਜੋ ਹੈਗਾ ਉਹ ਦਿਖਾਉਂਦੇ ਹੁੰਦੇ ਆ। ਕਾਰਬਨ ਡਾਈਆਕਸਾਈਡ ਦੀ 0.03% ਓਨਲੀ। ਹਾਈਡਰੋਜਨ ਤਾਂ ਬਹੁਤ ਘੱਟ ਆ। ਜੇਕਰ ਸਭ ਤੋਂ ਘੱਟ ਪੁੱਛੀ ਜਾਵੇ ਹਾਈਡਰੋਜਨ ਆ, ਸਭ ਤੋਂ ਵੱਧ ਪੁੱਛੀ ਜਾਵੇ ਤਾਂ ਨਾਈਟ੍ਰੋਜਨ ਆ। ਕਿਤੇ ਉਲਟਾ ਨਾ ਕਰ ਦਿਓ ਕਿ ਸਭ ਤੋਂ ਜ਼ਿਆਦਾ ਹਾਈਡਰੋਜਨ ਆ ਤੇ ਘੱਟ ਨਾਈਟ੍ਰੋਜਨ ਆ, ਉਲਟਾ ਨਾ ਕਰ ਦਿਓ ਰਾਜੇ। ਸਭ ਤੋਂ ਜ਼ਿਆਦਾ ਜਿਹੜੀ ਆ ਉਹ ਨਾਈਟ੍ਰੋਜਨ ਆ ਤੇ ਸਭ ਤੋਂ ਘੱਟ ਜਿਹੜੀ ਆ ਉਹ ਹਾਈਡਰੋਜਨ ਆ। ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਤੁਸੀਂ ਆ ਜਾਓ ਪੇਜ ਨੰਬਰ 15 ਤੇ ਇੱਥੇ ਆਪਾਂ ਗੱਲ ਕਰਦੇ ਹਾਂ ਸਾਡੀ ਵਾਯੂਮੰਡਲ ਦੀਆਂ ਪਰਤਾਂ। ਤਾਂ ਵਾਯੂਮੰਡਲ ਦੀਆਂ ਜਿਹੜੀਆਂ ਸਾਡੀਆਂ ਪਰਤਾਂ ਜੀ, ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰੀ ਥਿਊਰੀ ਕਲਾਸ ਚੇਤੇ ਕਰੋ, ਮੈਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਤੁਸੀਂ ਦੋ ਤਰੀਕੇ ਦੇ ਨਾਲ ਯਾਦ ਰੱਖਣਾ। ਉਹ ਕਿੱਦਾਂ? ਇੱਕ ਤਾਂ ਧਰਤੀ ਤੋਂ ਵਾਯੂਮੰਡਲ ਵੱਲ ਜਾਣਾ, ਸੀਕੁਐਂਸ ਅਲੱਗ ਯਾਦ ਰੱਖਣਾ। ਵਾਯੂਮੰਡਲ ਤੋਂ ਧਰਤੀ ਵੱਲ ਆਉਣਾ, ਸੀਕੁਐਂਸ ਅਲੱਗ ਯਾਦ ਰੱਖਣਾ। ਹੁਣ ਵੇਖੋ, ਜਦੋਂ ਅਸੀਂ ਧਰਤੀ ਤੋਂ ਵਾਯੂਮੰਡਲ ਵੱਲ ਜਾਣਾ, ਪਹਿਲੀ ਪਰਤ ਆਊਗੀ ਅਸ਼ਾਂਤ ਮੰਡਲ, ਜਿਹਨੂੰ ਅਸੀਂ ਟ੍ਰੋਪੋਸਫੇਅਰ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ ਜੀ। ਤੇ ਦੂਜੀ ਪਰਤ ਸਾਡੀ ਆਊਗੀ ਸਮਤਾਪ ਮੰਡਲ, ਜਿਹਨੂੰ ਅਸੀਂ ਸਟ੍ਰੈਟੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ। ਤੀਜੀ ਪਰਤ ਸਾਡੀ ਆਊਗੀ ਮੱਧਵਰਤੀ ਮੰਡਲ, ਜਿਹਨੂੰ ਅਸੀਂ ਮੈਜੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ। ਠੀਕ ਆ। ਤੇ ਸਾਡੀ ਚੌਥੀ ਪਰਤ ਹੈਗੀ ਆ ਆਇਨ ਮੰਡਲ, ਐਗਜ਼ੋਸਫੀਅਰ ਦੇ ਨਾਮ ਨਾਲ ਅਸੀਂ ਇਹਨੂੰ ਜਾਣਦੇ ਹਾਂ। ਪੰਜਵੀਂ ਪਰਤ ਹੈਗੀ ਆ ਜੀ ਸਾਡੀ ਬਾਹਰੀ ਮੰਡਲ। ਸੋ ਇਹ ਜਿਹੜਾ ਸੀਕੁਐਂਸ ਆ, ਧਰਤੀ ਤੋਂ ਵਾਯੂਮੰਡਲ ਵੱਲ ਜਾਣਾ, ਪਹਿਲੀ ਅਸ਼ਾਂਤ, ਦੂਜੀ ਸਮਤਾਪ, ਤੀਜੀ ਮੱਧਵਰਤੀ, ਚੌਥੀ ਤਾਪ ਤੇ ਪੰਜਵੀਂ ਬਾਹਰੀ ਮੰਡਲ। ਠੀਕ ਆ। ਇਹ ਪਹਿਲਾ ਸੀਕੁਐਂਸ ਹੋ ਗਿਆ। ਦੂਜਾ ਸੀਕੁਐਂਸ ਜਿਹੜਾ ਉਹ ਇਹ ਆ, ਜਦੋਂ ਅਸੀਂ ਵਾਯੂਮੰਡਲ ਤੋਂ ਧਰਤੀ ਵੱਲ ਆਉਣਾ, ਉਦੋਂ ਪਹਿਲੀ ਪਰਤ ਬਾਹਰੀ ਮੰਡਲ ਆਊਗੀ, ਦੂਜੀ ਤਾਪ ਮੰਡਲ ਆਊਗੀ, ਤੀਜੀ ਮੱਧਵਰਤੀ ਆਊਗੀ, ਚੌਥੀ ਸਮਤਾਪ ਮੰਡਲ ਆਊਗੀ ਤੇ ਪੰਜਵੀਂ ਅਸ਼ਾਂਤ ਮੰਡਲ ਆਊਗੀ। ਇਹ ਸੀਕੁਐਂਸ ਕਿਹੜਾ ਵਾ? ਵਾਯੂਮੰਡਲ ਤੋਂ ਧਰਤੀ ਵੱਲ ਦਾ ਸੀਕੁਐਂਸ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਪਹਿਲੀ ਪਰਤ ਜਿਹੜੀ ਸਾਡੀ ਅਸ਼ਾਂਤ ਮੰਡਲ। ਵੇਖੋ ਜੀ, ਜਿਹੜੀ ਸਾਡੀ ਅਸ਼ਾਂਤ ਮੰਡਲ ਪਰਤ ਆ ਜੀ, ਧਰਤੀ ਤੋਂ ਉੱਪਰ ਵੱਲ ਜਾਂਦਿਆਂ ਪਹਿਲੀ ਪਰਤ ਅਤੇ ਵਾਯੂਮੰਡਲ ਤੋਂ ਧਰਤੀ ਵੱਲ ਆਉਂਦਿਆਂ ਅਖੀਰਲੀ ਪਰਤ। ਇੰਨੀ ਡਿਟੇਲ ਦੇ ਨਾਲ ਕਦੀ ਪੜ੍ਹਿਆ? ਨਹੀਂ ਪੜ੍ਹਿਆ, ਮੈਨੂੰ ਪਤਾ। ਤੇ ਇਸ ਦੀ ਔਸਤ ਉਚਾਈ ਜਿਹੜੀ ਆ 12 ਜਾਂ 13 ਕਿਲੋਮੀਟਰ ਆ। ਭੂਮੱਧ ਰੇਖਾ ਤੇ ਇਸ ਦੀ ਉਚਾਈ 16 ਤੋਂ 18 ਕਿਲੋਮੀਟਰ ਆ। ਬਈ ਯਾਦ ਰੱਖਦੇ ਜਾਇਓ, ਜਿਹੜੀ ਸਾਡੀ ਪਹਿਲੀ ਪਰਤ ਆ ਅਸ਼ਾਂਤ ਮੰਡਲ, ਔਸਤ ਉਚਾਈ ਇਹਦੀ 12 ਤੋਂ 13 ਮੀਟਰ ਦੇ ਘੇਰੇ ਤੇ ਆਉਂਦੀ ਆ। ਜੇਕਰ ਅਸੀਂ ਭੂਮੱਧ ਰੇਖਾ ਤੇ ਇਹਦੀ ਉਚਾਈ ਦੀ ਗੱਲ ਕਰੀਏ ਤਾਂ 16 ਤੋਂ 18, ਮਤਲਬ ਭੂਮੱਧ ਰੇਖਾ ਤੇ ਉਚਾਈ ਜਿਹੜੀ ਇਹਦੀ ਉਹ ਵੱਧ ਜਾਂਦੀ ਆ। ਧਰੂਵੀ ਖੇਤਰਾਂ ਤੇ ਘਟ ਜਾਂਦੀ ਆ, 6 ਤੋਂ 8 ਮੀਟਰ ਹੀ ਰਹਿ ਜਾਂਦੀ ਆ। ਠੀਕ ਆ। ਮੌਸਮ ਸੰਬੰਧੀ ਕਿਰਿਆਵਾਂ, ਮੀਂਹ, ਹਨੇਰੀ, ਬੱਦਲ, ਤੂਫਾਨ, ਇਹ ਸਾਰੀਆਂ ਕਿੱਥੇ ਵਾਪਰਦੀਆਂ ਵਾ? ਅਸ਼ਾਂਤ ਮੰਡਲ ਦੇ ਵਿੱਚ ਵਾਪਰਦੀਆਂ ਵਾ। ਧਰਤੀ ਤੋਂ ਉੱਪਰ ਵੱਲ ਜਾਂਦਿਆਂ ਤਾਪਮਾਨ ਘਟਦਾ ਵਾ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਏਦਾਂ ਪੁੱਛੂਗਾ ਵੀ ਅਸ਼ਾਂਤ ਮੰਡਲ ਦੇ ਵਿੱਚ ਤਾਪਮਾਨ ਘਟਦਾ ਕਿ ਵੱਧਦਾ ਵਾ, ਤਾਂ ਤੁਹਾਡਾ ਆਨਸਰ ਕੀ ਆਊਗਾ? ਰਾਜੇ ਅਸ਼ਾਂਤ ਮੰਡਲ ਦੇ ਵਿੱਚ ਤਾਪਮਾਨ ਘਟਦਾ। ਮੀਂਹ ਪੈ ਗਿਆ, ਹਵਾ ਠੰਡੀ ਆ ਗਈ, ਹਨੇਰੀ ਆ ਗਈ, ਹਨੇਰੀ ਦੇ ਨਾਲ ਮੀਂਹ ਆ ਗਿਆ ਤਾਂ ਤਾਪਮਾਨ ਘਟ ਜੂ। ਸੋ ਅਸ਼ਾਂਤ ਮੰਡਲ ਦੇ ਵਿੱਚ ਤਾਪਮਾਨ ਜਿਹੜਾ ਵਾ ਉਹ ਜੀ ਘਟਦਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਜੀ ਤੁਸੀਂ ਦੂਜੀ ਪਰਤ ਸਾਡੀ ਸਮਤਾਪ ਮੰਡਲ, ਜਿਹਨੂੰ ਅਸੀਂ ਸਟ੍ਰੈਟੋਸਫੀਅਰ ਦੇ ਨਾਮ ਨਾਲ ਜਾਣਦੇ ਹਾਂ। ਇਹ ਪਰਤ ਆ ਨਾ ਰਾਜੇ, ਇਹ ਵੀ ਬਹੁਤ ਸੋਹਣੀ ਪਰਤ ਆ। ਇਹ ਧਰਤੀ ਤੋਂ ਉੱਪਰ ਵੱਲ ਜਾਂਦਿਆਂ ਦੂਜੀ ਪਰਤ ਆਉਂਦੀ ਹੈ ਜੀ। ਵਾਯੂਮੰਡਲ ਤੋਂ ਧਰਤੀ ਵੱਲ ਦੂਜੀ ਪਰਤ, ਮਤਲਬ ਕਿ ਅੱਛਾ ਨਹੀਂ, ਵਾਯੂਮੰਡਲ ਤੋਂ ਧਰਤੀ ਵੱਲ ਆਉਂਦਿਆਂ ਦੂਜੀ ਪਰਤ। ਇੱਕ ਮਿੰਟ ਆਪਾਂ ਦੇਖ ਲਈਏ, ਮਿਸਟੇਕ ਤਾਂ ਨਹੀਂ ਕੋਈ? ਦੇਖਿਆ? ਨਹੀਂ ਨਹੀਂ, ਆ ਦੂਜਾ ਪੁਆਇੰਟ ਇੱਥੇ ਗਲਤ ਹੋ ਗਿਆ। ਠੀਕ ਹੈ, ਦੇਖ ਲਿਓ ਤੁਸੀਂ, ਆਪਾਂ ਉੱਪਰ ਲਿਖਿਆ ਤਾਂ ਹੈਗਾ। ਠੀਕ ਹੈ, ਦੇਖ ਲਿਓ।
कित्थे गया समताप मंडल ही ना, हाँ जी आ दूजा पॉइंट ठीक है। ਜਿਹੜੇ ਬੱਚੇ ਐਪ ਵਾਲੇ ਆ ਥੋੜਾ ਜਿਹਾ ਇੱਥੋਂ ਦੇਖ ਲਿਓ ਠੀਕ ਹੈ। ਇਸ ਦੀ ਉਚਾਈ 50 ਕਿਲੋਮੀਟਰ ਹੈ। ਇਸ ਦੀ ਉਚਾਈ ਮੌਸਮ ਅਨੁਸਾਰ ਜਿਹੜੀ ਆ ਬਦਲਦੀ ਰਹਿੰਦੀ ਆ। ਸਮਤਾਪ ਮੰਡਲ ਦੀ ਜਿਹੜੀ ਉਚਾਈ ਆ ਇਹ ਬਦਲਦੀ ਰਹਿੰਦੀ ਆ। ਮਤਲਬ ਇਹ ਪੇਪਰ ਦੇ ਵਿੱਚ ਇਹੋ ਜਿਹਾ ਟੇਢਾ ਜਿਹਾ ਪੁਆਇੰਟ ਪੁੱਛੂਗਾ, ਮਤਲਬ ਇੱਕੋ ਇੱਕ ਐਦਾਂ ਦੀ ਪਰਤ ਆ ਜਿਹਦੇ ਵਿੱਚ ਉਚਾਈ ਤੇ ਜਾਣ ਦੇ ਨਾਲ ਜਾਂ ਮੌਸਮ ਦੇ ਨਾਲ ਉਹਦੀ ਉਚਾਈ ਵੀ ਬਦਲ ਜਾਂਦੀ ਆ ਠੀਕ ਹੈ। ਇਹ ਕਿਹੜੀ ਪਰਤ ਆ? ਸਮਤਾਪ ਮੰਡਲ ਆ। ਗਰਮੀ ਰੁੱਤ ਨਾਲੋਂ ਵਧੇਰੇ ਸਰਦੀ ਵਿੱਚ ਘਟੂਗੀ। ਮਤਲਬ ਇਹ ਉਚਾਈ ਜਿਹੜੀ ਆ ਗਰਮੀ ਰੁੱਤ ਦੇ ਵਿੱਚ ਜ਼ਿਆਦਾ ਹੋਊਗੀ ਤਾਂ ਸਰਦੀ ਰੁੱਤ ਵਿੱਚ ਇਹਦੀ ਉਚਾਈ ਜਿਹੜੀ ਆ ਉਹ ਘੱਟ ਹੋਊਗੀ। ਇਹ ਇੱਕੋ ਇੱਕ ਪਰਤ ਆ ਜਿਹਦੇ ਵਿੱਚ ਅਜਿਹੀਆਂ ਐਕਟੀਵਿਟੀਜ਼ ਵਾਪਰਦੀਆਂ, ਉਹ ਹੈ ਜੀ ਸਮਤਾਪ ਮੰਡਲ, ਸਾਡੀ ਸਟ੍ਰੈਟੋਸਫੇਅਰ ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਵੀ ਹੈਗਾ ਜੀ ਇਹਦਾ ਡਾਟਾ। ਸਮਤਾਪ ਮੰਡਲ ਵਿੱਚ ਹਵਾ ਦੀ ਘਣਤਾ ਜਿਹੜੀ ਆ ਘੱਟ ਹੁੰਦੀ ਆ। ਘੱਟ ਘਣਤਾ ਦਾ ਮਤਲਬ ਇਹ ਵੀ ਜਿਹੜੀ ਹਵਾ ਵਾ ਉਹਦਾ ਸੰਘਣਾਪਣ ਘੱਟ ਹੋਊਗਾ। ਜੇ ਹਵਾ ਦਾ ਸੰਘਣਾਪਣ ਘੱਟ ਹੋਊਗਾ ਦੈਟ ਮੀਨਸ ਕਿ ਬੱਦਲ ਨਹੀਂ ਹੋਣਗੇ, ਬੱਦਲਾਂ ਦੀ ਅਣਹੋਂਦ ਹੋਊਗੀ ਅਤੇ ਆਸਮਾਨ ਸਾਫ਼ ਰਹਿੰਦਾ। ਇਸ ਕਰਕੇ ਜਹਾਜ਼ ਇਸੇ ਪਰਤ ਵਿੱਚ ਜਿਹੜੇ ਨੇ ਉਹ ਉੱਡਦੇ ਨੇ। ਇੱਥੇ ਤਾਪਮਾਨ ਘਟਦਾ ਵੀ ਆ ਤੇ ਵੱਧਦਾ ਵੀ ਆ, ਇਸ ਦਾ ਤਾਪਮਾਨ ਸਥਿਰ ਨਹੀਂ ਆ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਸਮਤਾਪ ਮੰਡਲ ਬਹੁਤ ਇੰਪੋਰਟੈਂਟ ਪਰਤ ਆ। ਅਜਿਹੀ ਪਰਤ ਜਿਹਦੀ ਉਚਾਈ ਸਥਿਰ ਨਹੀਂ ਹੈਗੀ। ਸਮਤਾਪ ਮੰਡਲ ਗਰਮੀਆਂ ਦੇ ਵਿੱਚ ਉਚਾਈ ਵੱਧ ਜੂਗੀ, ਸਰਦੀਆਂ ਦੇ ਵਿੱਚ ਉਚਾਈ ਘਟ ਜੂਗੀ। ਤਾਂ ਇਹਦਾ ਤਾਪਮਾਨ ਘਟਦਾ ਕਿ ਵੱਧਦਾ ਪੁੱਛਿਆ ਜਾਵੇ, ਕਿਹੜੀ ਅਜਿਹੀ ਪਰਤ ਆ ਜਾਂ ਐਦਾਂ ਦੀ ਪਰਤ ਦੀ ਪਹਿਚਾਣ ਕਰੋ ਜਿਹਦਾ ਤਾਪਮਾਨ ਜਿੱਥੇ ਘਟ ਵੀ ਜਾਂਦਾ ਤੇ ਵੱਧ ਵੀ ਜਾਂਦਾ, ਗਰਮੀਆਂ ਦੇ ਵਿੱਚ ਵੱਧ ਜਾਂਦਾ, ਸਰਦੀਆਂ ਦੇ ਵਿੱਚ ਘਟ ਜਾਂਦਾ, ਉਹ ਆ ਜੀ ਸਮਤਾਪ ਮੰਡਲ। ਇੱਥੇ ਪਾਈ ਜਾਣ ਵਾਲੀ ਓਜ਼ੋਨ ਗੈਸ ਸਾਨੂੰ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਜਿਹੜੀ ਆ ਬਚਾਉਂਦੀ ਆ। ਇਹ ਓਜ਼ੋਨ ਗੈਸ ਲੇਅਰ ਜਿਹੜੀ ਆ ਉਹ ਸਮਤਾਪ ਮੰਡਲ ਦੇ ਵਿੱਚ ਹੀ ਪਾਈ ਜਾਂਦੀ ਆ ਠੀਕ ਹੈ ਜੀ। ਅੱਗੇ ਆ ਜਾਓ ਮੱਧਵਰਤੀ ਮੰਡਲ ਤੇ। ਜਿਹੜੀ ਸਾਡਾ ਮੱਧਵਰਤੀ ਮੰਡਲ ਆ ਜੀ ਮੇਜੋਸਫੇਅਰ, ਸਮਤਾਪ ਮੰਡਲ ਤੋਂ ਅਗਲੀ ਪਰਤ ਮੱਧਵਰਤੀ ਮੰਡਲ। ਇਸ ਦੀ ਜਿਹੜੀ ਔਸਤ ਉਚਾਈ ਆ 50 ਤੋਂ 80 ਕਿਲੋਮੀਟਰ ਦੇ ਘੇਰੇ ਤੇ ਆਉਂਦੀ ਆ। ਇਸ ਪਰਤ ਵਿੱਚ ਉਚਾਈ ਨਾਲ ਤਾਪਮਾਨ ਘਟਦਾ ਆ। ਉਚਾਈ ਦੇ ਨਾਲ ਤਾਪਮਾਨ ਕੀ ਹੁੰਦਾ ਵਾ? ਘਟਦਾ ਆ ਠੀਕ ਹੈ ਜੀ। ਕਹਿੰਦੇ ਕਈ ਵਾਰ 90% ਤੱਕ ਤਾਪਮਾਨ ਚਲਾ ਜਾਂਦਾ ਵਾ ਜਿੱਥੇ ਜਾ ਕੇ ਇਹ ਪਰਤ ਖਤਮ ਹੋ ਜਾਂਦੀ ਆ। ਇਸ ਨੂੰ ਮੱਧਵਰਤੀ ਸੀਮਾ ਕਿਹਾ ਜਾਂਦਾ। ਮੱਧਵਰਤੀ ਸੀਮਾ ਜਿੱਥੇ ਮੱਧਵਰਤੀ ਪਰਤ ਜਿਹੜੀ ਜਾ ਕੇ ਖਤਮ ਹੋ ਜਾਂਦੀ ਆ, ਇੱਥੇ ਤਾਪਮਾਨ ਘਟਦਾ 90% ਤੱਕ ਤਾਪਮਾਨ ਚਲਾ ਜਾਂਦਾ। ਬ੍ਰਹਿਮੰਡ ਤੋਂ ਆਉਣ ਵਾਲੇ ਉਲਕਾ ਪਿੰਡ ਇਸੇ ਪਰਤ ਵਿੱਚ ਆ ਕੇ ਵਾਪਸ ਮੁੜ ਜਾਂਦੇ ਆ। ਬ੍ਰਹਿਮੰਡ ਤੋਂ ਉਲਕਾ ਪਿੰਡ ਨਹੀਂ ਜਿਹੜੇ, ਉਹ ਆਹ ਵਾਲੀ ਮੱਧਵਰਤੀ ਮੰਡਲ ਮੈਜੋਸਫੇਅਰ ਦੇ ਵਿੱਚ ਆਉਂਦੇ ਆ ਤੇ ਇੱਥੋਂ ਵਾਪਸ ਮੁੜ ਜਾਂਦੇ ਆ ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਜੀ ਸਾਡੀ ਚੌਥੀ ਪਰਤ ਆ ਗਈ ਤਾਪ ਮੰਡਲ। ਤਾਪ ਮੰਡਲ ਕੀ ਆ ਜੀ? ਸਾਡੀ ਥਰਮੋਸਫੇਅਰ। ਥਰਮੋਸਫੇਅਰ ਜਿਹੜੀ ਆ ਜੀ ਮੱਧਵਰਤੀ ਸੀਮਾ ਤੋਂ ਬਾਅਦ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਠੀਕ ਹੈ। ਤਾਪਮਾਨ ਜਦੋਂ ਅਸੀਂ ਤਾਪ ਮੰਡਲ ਨੂੰ ਅਸੀਂ ਆਇਨ ਮੰਡਲ ਵੀ ਕਹਿੰਦੇ ਆ, ਇਸੇ ਨੂੰ ਅਸੀਂ ਥਰਮੋਸਫੇਅਰ ਵੀ ਕਹਿੰਦੇ ਆ। ਸੋ ਇੱਕੇ ਪਰਤ ਦੇ 3 ਨਾਮ ਆ, ਇਹਨੂੰ ਯਾਦ ਰੱਖਿਓ ਠੀਕ ਹੈ ਵੀ। ਕਹਿੰਦੇ ਇਸੇ ਕਰਕੇ ਇਹਨੂੰ ਆਪਣੇ ਤਾ ਹੀ ਚੜਿਆ ਪਿਆ, ਤਾਪ ਹੀ ਚੜਿਆ। ਇਹ ਸਭ ਤੋਂ ਗਰਮ ਆ, ਸਭ ਤੋਂ ਗਰਮ ਲੇਅਰ ਆ, ਇਸੇ ਕਰਕੇ ਤੈਨੂੰ ਤਾਪ ਆਇਨ ਮੰਡਲ ਕਹਿੰਦੇ ਆ, ਜੋ ਕਿ ਵਾਯੂਮੰਡਲ ਵਿੱਚ 100 ਤੋਂ 300 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੀ ਆ ਠੀਕ ਆ। ਇਸ ਵਿੱਚ ਬਿਜਲਈ ਅਣੂ ਹੁੰਦੇ ਆ। ਇਹ ਰੇਡੀਓ ਤਰੰਗਾਂ ਨੂੰ ਧਰਤੀ ਤੇ ਵਾਪਸ ਮੁੜਨ ਵਿੱਚ ਮਦਦ ਕਰਦੇ ਆ ਜੀ। ਇਸ ਦੇ ਆਧਾਰ ਤੇ ਵਾਇਰਲੈਸ ਸੰਚਾਰ ਪ੍ਰਣਾਲੀ ਕੰਮ ਕਰਦੀ ਆ ਠੀਕ ਆ। ਇੰਟਰਨੈਟ ਕਨੈਕਸ਼ਨ ਠੀਕ ਆ, ਰੇਡੀਓ ਤਰੰਗਾਂ, ਇਹ ਸਾਰਾ ਸਿਸਟਮ ਜਿਹੜਾ ਸਾਡੀ ਟੈਕਨੋਲੋਜੀ ਉਹ ਇਸੇ ਪਰਤ ਦੇ ਨਾਲ ਸੰਭਵ ਆ ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਅੱਗੇ 1 ਮਿੰਟ 16 ਠੀਕ ਹੈ ਓਕੇ। ਉਸ ਤੋਂ ਬਾਅਦ ਆ ਗਿਆ ਜੀ ਆ ਕੀ ਲਿਖਿਆ? ਆਤਪਾਨ। ਹਾਂ ਇਹ ਇੰਪੋਰਟੈਂਟ ਸ਼ਬਦ ਆ। ਆਤਪਾਨ ਹੈ ਨਾ ਜਿਹੜਾ, ਇਹ ਮਹੱਤਵਪੂਰਨ ਕਾਰਕ ਆ ਸੂਰਜ ਤੋਂ ਆਉਣ ਵਾਲੇ ਉਹ ਊਰਜਾ ਜਿਸ ਨੂੰ ਧਰਤੀ ਰੋਕ ਲੈਂਦੀ। ਆਤਪਾਨ ਇੱਕ ਕਣ ਆ, ਕੁਝ ਏਦਾਂ ਦੇ ਕਣ ਸੂਰਜ ਤੋਂ ਆਉਣ ਵਾਲੇ, ਪਰ ਧਰਤੀ ਉਸ ਊਰਜਾ ਨੂੰ ਰੋਕ ਲੈਂਦੀ ਆ, ਉਹਨੂੰ ਅਸੀਂ ਆਤਪਾਨ ਜਿਹੜਾ ਵਾ ਉਹ ਕਹਿੰਦੇ ਆ ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਸਾਡਾ
ਅੱਛਾ, ਚੌਥੇ ਚੈਪਟਰ ਦਾ ਦੂਜਾ ਭਾਗ, ਪੌਣਾਂ ਦੀਆਂ ਕਿਸਮਾਂ ਤੇ ਵਰਖਾ ਦੀਆਂ ਕਿਸਮਾਂ। ਮਤਲਬ ਇਹ ਕਿੰਨਾ ਕਨਸੈਪਟ ਆਪਾਂ ਅੱਜ ਆਪਾਂ ਨਾ ਇੱਕ ਵਾਰੀ ਵੇਖ ਲੈਂਦੇ ਆ। ਇਹ ਹੋ ਗਿਆ। ਤੇ ਅੱਛਾ, ਜਲ ਸਮੀਰ, ਥਲ ਸਮੀਰ, ਪਹਾੜੀ ਵਾਦੀ। ਅੱਛਾ, ਉਸ ਤੋਂ ਬਾਅਦ ਫਿਰ ਸਾਡੀਆਂ ਆ ਗਈਆਂ ਚੱਕਰਵਾਤ ਹੋ ਗਏ। ਤੇ ਫਿਰ ਸਾਡੀ ਪੰਜਵਾਂ ਚੈਪਟਰ ਆ ਜਾਣਾ ਜਲ। ਜਲ ਦੇ ਵਿੱਚ ਸਾਡੇ ਮਹਾਸਾਗਰ, ਨਦੀਆਂ, ਸਾਰਾ ਕੁਝ ਆ ਜਾਣਾ। ਬਹੁਤ ਵਧੀਆ ਜੀ। ਵੇਖੋ ਜੀ, ਅੱਜ ਦੀ ਕਲਾਸ ਦੇ ਵਿੱਚ ਆਪਾਂ 4 ਚੈਪਟਰ ਕਵਰ ਕੀਤੇ। ਠੀਕ ਹੈ, ਅੱਜ ਦੀ ਕਲਾਸ ਦੇ ਵਿੱਚ ਆਪਾਂ 4 ਚੈਪਟਰ ਕਵਰ ਕਰ ਲਏ। ਤਾਂ ਜੇਕਰ ਆਪਾਂ 1 ਘੰਟੇ ਦੇ ਵਿੱਚ MCQ ਕਰਦੇ ਤਾਂ ਮੈਨੂੰ ਲੱਗਦਾ ਵੀ ਮਸਾਂ ਹੀ 1 ਚੈਪਟਰ ਦੇ MCQ ਆਪਾਂ ਕਰ ਪਾਉਂਦੇ। ਪਰ ਜੇਕਰ ਆਪਾਂ ਆਹ ਵਾਲਾ ਤਰੀਕਾ ਵਰਤੀਏ ਤਾਂ ਆਪਾਂ 4 ਚੈਪਟਰ ਕੀਤੇ, ਤਾਂ ਕੰਟੈਂਟ ਦੇਖੋ ਕਿੰਨਾ ਜ਼ਿਆਦਾ ਕਵਰ ਹੋਇਆ ਤੇ ਕਨਸੈਪਟ ਵੀ ਕਿੰਨੇ ਜ਼ਿਆਦਾ ਕਲੀਅਰ ਹੋਏ। ਇਸ ਕਰਕੇ ਤੁਸੀਂ ਜਿਹੜਾ ਵਾ MCQ ਤੇ ਨਾ ਜਾਓ। ਜੇਕਰ ਤੁਹਾਨੂੰ ਫਿਰ ਵੀ ਯਕੀਨ ਆ ਵੀ ਨਹੀਂ MCQ ਹੀ ਲਾਉਣੇ ਚਾਹੀਦੇ ਆ, ਫਿਰ YouTube ਤੇ ਬੜੀਆਂ ਕਲਾਸਾਂ ਤੇ ਬੜੀਆਂ ਅਕੈਡਮੀਆਂ MCQ ਕਰਵਾ ਰਹੀਆਂ, ਜਾ ਕੇ ਕਰ ਲਓ। ਫਿਰ ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ। ਠੀਕ ਆ। ਤੇ ਜਿਹੜੇ ਬੱਚਿਆਂ ਨੇ ਮੇਰੇ ਇਹ ਵਾਲੇ ਨੋਟਸ ਲੈਣੇ ਆ, ਠੀਕ ਆ, ਮੈਨੂੰ ਤੁਸੀਂ ਮੈਸੇਜ ਕਰਨਾ ਵਾ 78143 78143 99144। ਇਸ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਕਰਿਓ, ਤਾਂ ਤੁਹਾਨੂੰ ਨੋਟਸ ਬਾਰੇ ਜਾਣਕਾਰੀ ਜਿਹੜੀ ਆ ਉਹ ਮਿਲ ਜੂਗੀ। ਮਿਲਦੇ ਆ ਆਪਾਂ ਅਗਲੀ ਕਲਾਸ ਦੇ ਵਿੱਚ, ਤੇ ਅਗਲੇ 4 ਚੈਪਟਰ ਵੀ ਆਪਾਂ ਇਦਾਂ ਹੀ 1 ਘੰਟੇ ਦੀ ਕਲਾਸ ਲਾ ਕੇ ਕਵਰ ਕਰ ਲੈਣੇ ਆ। ਇਹਦੇ ਨਾਲ ਆਪਣੀ 7ਵੀਂ ਕਲਾਸ ਦੀ ਜਿਓਗ੍ਰਾਫੀ ਹੋ ਜੂਗੀ ਕੰਪਲੀਟ। ਤੇ ਇਦਾਂ ਹੀ ਕਰਦੇ ਕਰਦੇ ਆਪਾਂ 15 ਦਿਨਾਂ ਦੇ ਵਿੱਚ SST ਦਾ ਸਿਲੇਬਸ ਨਿਬੇੜ ਦੇਣਾ। ਠੀਕ ਹੈ ਜੀ। ਮਿਲਦੇ ਫਿਰ ਆਪਾਂ ਅਗਲੀ ਵਧੀਆ ਜੀ ਥਿਊਰੀ ਕਲਾਸ ਦੇ ਨਾਲ। ਬਾਏ ਬਾਏ ਸਾਰਿਆਂ ਨੂੰ।